ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੇ 16ਵੀਂ ਅਸ਼ਟਪਦੀ ਦੀ ਕਥਾ ਕਰ ਰਹੇ ਹਾਂ, ਜਿਸ ਦੇ ਵਿੱਚ 5 ਬੰਦ ਦੀ ਕਥਾ ਹੋ ਗਈ ਹੈ। ਹੁਣ ਅਗਲੇ 6ਵੇਂ ਬੰਦ ਦੀ ਕਥਾ ਸ਼ੁਰੂ ਹੋਣੀ ਹੈ। ਉਹਦੀ ਪਹਿਲੀ ਪੰਕਤੀ ਹੈ, ਰੂਪ ਸਤ ਜਾ ਕਾ ਸਤ ਅਸਥਾਨ। ਰੂਪ ਸਤ ਜਾ ਕਾ ਸਤ ਅਸਥਾਨ। ਪਰਮਾਤਮਾ ਦਾ ਰੂਪ ਸਤ। ਸਤ ਦਾ ਮਤਲਬ ਹੈ ਜੋ ਬਦਲੇ ਨਾ, ਜੋ ਸਦੀਵੀ ਰਹੇ, ਜੋ ਖਤਮ ਨਾ ਹੋਵੇ, ਕਿਉਂਕਿ ਪਰਮਾਤਮਾ ਸਦੀਵੀ ਹੈ। ਉਸ ਦੇ ਸਮੇਂ ਦਾ ਵੀ ਕੋਈ ਅਸਰ ਨਹੀਂ ਹੈ। ਉਹ ਜੰਮਣ ਮਰਨ ਦੇ ਚੱਕਰ 'ਚ ਨਹੀਂ ਹੈ। ਬਾਕੀ ਸਾਰਾ ਸੰਸਾਰ ਤੇ ਆਵਾਗਮਨ ਦੇ ਚੱਕਰ 'ਚ ਹੈ। ਆਏ ਜਿੰਨਾ ਸਮਾਂ ਪਰਮਾਤਮਾ ਵੱਲੋਂ ਮਿਲਿਆ ਸੀ, ਉਹਨਾਂ ਭੋਗ ਕਿੱਥੋਂ ਚਲੇ ਗਏ। ਪਰ ਪਰਮਾਤਮਾ ਤੇ ਸਦੀਵੀ ਹੈ, ਤੇ ਜੋ ਸਦੀਵੀ ਹੋਵੇ, ਸਦਾ ਰਹਿਣ ਵਾਲਾ ਹੋਵੇ, ਉਹਨੂੰ ਗੁਰਬਾਣੀ ਕਹਿੰਦੇ ਸਤ। ਪਰਮਾਤਮਾ ਤੋਂ ਬਿਨਾਂ ਸਭ ਕੁਛ ਇੱਥੋਂ ਸੰਸਾਰ ਤੋਂ ਜਾਣ ਵਾਲਾ ਹੈ। ਸਿਰਫ ਉਹੀ ਰਹਿਣ ਵਾਲਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਰੂਪ ਸਤ ਜਾ ਕਾ ਸਤ ਅਸਥਾਨ। ਜਿਹਦਾ ਸਥਾਨ, ਜਿੱਥੇ ਪਰਮਾਤਮਾ ਰਹਿੰਦਾ। ਜਿਹੜੇ ਹਿੰਦੀ ਦੇ ਸ਼ਬਦ ਅੱਧੇ ਸੱਸੇ ਨਾਲ ਸ਼ੁਰੂ ਹੁੰਦੇ ਹਨ, ਜਿਵੇਂ ਹਿੰਦੀ ਜਿਹੜਾ ਸਥਾਨ ਸ਼ਬਦ ਹੈ, ਅੱਧਾ ਸੱਸਾ ਥੱਤੇ ਨੂੰ ਕਰਨਾ ਨੰਨਾ, ਇਸ ਤਰ੍ਹਾਂ ਲਿਖਿਆ ਜਾਂਦਾ। ਉਹਨਾਂ ਨੂੰ ਫਿਰ ਗੁਰਬਾਣੀ 'ਚ ਅੱਗੇ ਆੜਾ ਲਾ ਕੇ ਲਿਖਿਆ ਜਾਂਦਾ। ਮਤਲਬ ਸਥਾਨ ਹੀ ਹੈ, ਪਰ ਗੁਰਬਾਣੀ 'ਚ ਉਸਨੂੰ ਅਸਥਾਨ ਕਰਕੇ ਲਿਖਿਆ ਜਾਂਦਾ। ਅਸਥਾਨ ਭਾਵ ਸਥਾਨ, ਭਾਵ ਜਿੱਥੇ ਪਰਮਾਤਮਾ ਰਹਿੰਦਾ ਹੈ। ਇਸ ਲਈ ਉਹਦਾ ਨਾਮ ਹੈ ਸੱਚਖੰਡ। ਸਿਰਫ ਉਹੀ ਇੱਕ ਖੰਡ ਹੈ ਜਿਹਨੇ ਸਦਾ ਰਹਿਣਾ। ਬਾਕੀ ਤਾਂ ਜਿੰਨੀਆਂ ਪੁਰੀਆਂ ਨੇ, 14 ਪੁਰੀਆਂ ਗਿਣਦੇ ਹਿੰਦੂ, ਉਹ ਜੋ ਵੀ ਪੁਰੀ 'ਚ ਰਹਿੰਦਾ, ਸਮਾਂ ਪਾ ਕੇ ਉਸਨੇ ਨਾਸ ਹੋਣਾ ਹੈ। ਹਰ ਇੱਕ ਚੀਜ਼ ਨੇ ਨਾਸ ਹੋ ਜਾਣਾ ਹੈ। ਜਿੱਥੇ ਪਰਮਾਤਮਾ ਰਹਿੰਦਾ, ਉਹਨੇ ਸਦਾ ਰਹਿਣਾ ਹੈ। ਇਸ ਲਈ ਉਹਦਾ ਨਾਂ ਹੀ ਸੱਚਖੰਡ ਹੈ। ਪਰਮਾਤਮਾ ਜਿੱਥੇ ਰਹਿੰਦਾ ਹੈ, ਉਹ ਜਿਹੜਾ ਸਥਾਨ ਹੈ, ਉਹ ਹੈ ਸਤ। ਉਹ ਸਤ ਹੈ। ਇਸ ਰੂਪ ਸਤ, ਉਹਦਾ ਰੂਪ ਵੀ ਸਤ ਹੈ। ਉਹਦੀ ਸ਼ਕਲ ਸੂਰਤ ਨਹੀਂ ਬਦਲਦੀ। ਸਾਡੀ ਬਚਪਨ ਸ਼ਕਲ ਸੂਰਤ ਹੋਰ, ਜਵਾਨੀ 'ਚ ਹੋਰ, ਬੁਢਾਪੇ 'ਚ ਹੋਰ। ਪਰਮਾਤਮਾ ਦਾ ਰੂਪ ਇੱਕੋ ਹੀ ਰਹਿੰਦਾ। ਅਤੇ ਗੁਰਬਾਣੀ ਤੇ ਧਾਰਮਿਕ ਗ੍ਰੰਥਾਂ ਲਿਖਿਆ, ਉਹ ਬਹੁਤ ਸੁੰਦਰ ਹੈ। ਸਤਿਅਮ ਸ਼ਿਵਮ ਸੁੰਦਰਮ। ਸਤ ਸ਼ਿਵ ਹੈ। ਸ਼ਿਵ ਦਾ ਗਿਆਨ, ਸਤ ਗਿਆਨ ਹੈ। ਸੁੰਦਰਮ ਸੁੰਦਰ ਹੈ। ਇਸ ਲਈ ਸਤ ਸੁੰਦਰ ਹੈ। ਉਹਦੀ ਸੁੰਦਰਤਾ 'ਚ ਪਰਿਵਰਤਨ ਨਹੀਂ ਹੁੰਦਾ। ਇਸ ਲਈ ਕਹਿੰਦੇ ਰੂਪ ਸਤ। ਜਿਹਦਾ ਥਾਂ ਸਤ ਹੈ, ਉਸ ਦਾ ਰੂਪ ਵੀ ਸਤ ਹੈ। ਪੁਰਖ ਸਤ ਕੇਵਲ ਪ੍ਰਧਾਨ। ਉਹ ਸਤ ਪੁਰਖ ਹੈ। ਪੁਰਖ ਦਾ ਅਰਥ ਹੈ ਜਿਹੜਾ ਸਾਰਿਆਂ ਵਿੱਚ ਵਸਦਾ ਹੋਵੇ, ਉਹਨੂੰ ਕਹਿੰਦੇ ਨੇ ਪੁਰਖ। ਪਰਮਾਤਮਾ ਸਾਰਿਆਂ 'ਚ ਵਸਦਾ ਹੈ, ਇਸ ਲਈ ਉਹ ਸਤ ਪੁਰਖ ਹੈ। ਉਹਨੇ ਸਦਾ ਰਹਿਣਾ। ਸਤ ਪੁਰਖ ਕੇਵਲ ਪ੍ਰਧਾਨ। ਸੋ ਪਰਮਾਤਮਾ ਹੀ ਸਭ ਤੋਂ ਮੁਖੀਆ ਹੈ, ਸਭ ਤੋਂ ਵੱਡਾ ਹੈ। ਪ੍ਰਧਾਨ ਵੱਡੇ ਨੂੰ ਕਹਿੰਦੇ ਨੇ।
ਜਿਵੇਂ ਹਿੰਦੁਸਤਾਨ 'ਚ ਰਾਸ਼ਟਰਪਤੀ ਜਿਹੜੇ ਜਿਹਨੂੰ ਪ੍ਰੈਜ਼ੀਡੈਂਟ ਕਹਿੰਦੇ ਨੇ ਇੰਗਲਿਸ਼ 'ਚ, ਉਹਨੂੰ ਪ੍ਰਧਾਨ ਵੀ ਕਹਿੰਦੇ ਨੇ। ਉਹ ਸਾਰੀਆਂ ਪੋਸਟਾਂ ਤੋਂ ਉਹਦੀ ਪੋਸਟ ਉੱਚੀ ਹੁੰਦੀ ਹੈ। ਪਰਮਾਤਮਾ ਪ੍ਰਧਾਨ ਹੈ, ਉਹ ਸਤਿਪੁਰਖ ਹੈ, ਸਿਰਫ ਉਹੀ ਪ੍ਰਧਾਨ ਹੈ, ਹੋਰ ਕੋਈ ਪ੍ਰਧਾਨ ਨਹੀਂ, ਹੋਰ ਕੋਈ ਓਡਾ ਵੱਡਾ ਹੈ ਹੀ ਨਹੀਂ। ਕਰਤੂਤ ਸਤ, ਇਹ ਸੱਤ ਸੱਤ ਇਕੱਠਾ ਨਹੀਂ ਪੜ੍ਹਨਾ ਹੁੰਦਾ। ਕਈ ਵਾਰੀ ਮੈਂ ਪਾਠ ਸੁਣ ਰਿਹਾ ਹੁੰਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੋਂ ਪਹਿਲਾਂ 40 ਦਿਨ ਬੀਬੀਆਂ ਹੋਰ ਭਾਈ ਪਾਠਕਾਂ ਦੇ ਰਲ ਕੇ ਉਹ ਕਈ ਵਾਰੀ ਇਸ ਤਰ੍ਹਾਂ ਪੜ੍ਹਨੇ, ਕਰਤੂਤ ਸਤ ਸਤ ਜਾ ਕੀ ਬਾਣੀ। ਨਹੀਂ, ਇਹ ਜਿਹੜਾ ਪਹਿਲਾ ਸਤ ਹੈ ਇਹ ਕਰਤੂਤ ਨਾਲ ਲੱਗਾ ਹੋਇਆ, ਦੂਜਾ ਸਤ ਬਾਣੀ ਨਾਲ ਲੱਗਾ ਹੋਇਆ। ਕਰਤੂਤ ਸਤ, ਸਤ ਜਾ ਕੀ ਬਾਣੀ। ਜਿਹਦੀ ਬਾਣੀ ਸਤ ਹੈ, ਕਰਤੂਤ ਦੇ ਕਰਮ। ਗੁਰਬਾਣੀ ਜਿਹੜਾ ਕਰਤੂਤ ਸ਼ਬਦ ਹੈ ਇਹ ਸ਼ੁਭ ਕਰਮਾਂ ਲਈ ਆਇਆ ਹੋਇਆ। ਅੱਜ ਇਹਦੇ ਅਰਥ ਬਦਲ ਗਏ ਨੇ। ਮੈਂ ਜਾਣਦਾ ਤੇਰੀਆਂ ਕਰਤੂਤਾਂ, ਕਹਿੰਦੇ ਕਈ ਵਾਰੀ ਇਹ ਉਦੋਂ ਕਰਤੂਤ ਭੈੜਾ ਹੋ ਗਿਆ। ਮੈਂ ਤੇਰੇ ਭੈੜੇ ਕੰਮਾਂ ਨੂੰ ਜਾਣਦਾ ਹਾਂ। ਪਰ ਗੁਰਬਾਣੀ 'ਚ ਕਰਤੂਤ ਜਿਹੜਾ ਹੈ ਸ਼ੁਭ ਕਰਮਾਂ ਲਿਖਿਆ ਗਿਆ ਹੈ। ਬਿਨ ਕਰਤੂਤੀ ਮੁਕਤ ਨਾ ਪਾਈਏ। ਸ਼ੁਭ ਕਰਮਾਂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਸੋ ਇਸ ਲਈ ਸਤ ਜਾ ਕੀ ਬਾਣੀ, ਜਿਸ ਦੀ ਬਾਣੀ ਜਾ ਮੈਨੇ ਜਿਸ ਕੀ ਮੈਨੇ ਦੀ। ਜਿਸ ਦੀ ਬਾਣੀ ਸਤ ਹੈ ਉਹਦੀ ਕਰਤੂਤ ਵੀ ਸਤ ਹੈ, ਉਹਦੀ ਕਰਨੀ ਵੀ ਸਤ ਹੈ, ਉਹਦੇ ਕਰਮ ਵੀ ਸਤ ਹਨ। ਯਾਦ ਰੱਖਣਾ, ਜਿਵੇਂ ਕਹਿੰਦੇ ਨੇ ਜਦੋਂ ਮਨ ਨਿਰਮਲ ਹੋ ਜਾਏ ਨਾ, ਫਿਰ ਸਰੀਰ ਦੇ ਸਾਰੇ ਅੰਗ ਆਪਣੇ ਆਪ ਹੀ ਨਿਰਮਲ ਹੋ ਜਾਂਦੇ। ਜੇ ਮਨ ਮੈਲਾ ਤਾਂ ਅੱਖਾਂ ਵੀ ਮੈਲੀਆਂ, ਕੰਨ ਵੀ ਮੈਲੇ, ਮੂੰਹ ਵੀ ਮੈਲਾ, ਹੱਥ ਵੀ ਮੈਲੇ, ਪੈਰ ਵੀ ਮੈਲੇ। ਮੈਲੇ ਤੋਂ ਇਹ ਨਹੀਂ ਸਮਝਣਾ ਇਹਨਾਂ 'ਤੇ ਕੋਈ ਮਿੱਟੀ ਲੱਗੀ, ਮੈਲ ਲੱਗੀ, ਨਹੀਂ। ਅਲੱਗ ਫਲਾਣੇ ਦਾ ਮਨ ਮੈਲਾ ਹੈ। ਨਾਮ ਜਪ ਜਪ ਕੇ ਜਦੋਂ ਮਨ ਪਵਿੱਤਰ ਹੋ ਜਾਂਦਾ ਹੈ, ਇਹ ਸਾਰੇ ਅੰਗ ਆਪਣੇ ਆਪ ਹੀ ਪਵਿੱਤਰ ਹੋ ਜਾਂਦੇ ਹਨ। ਇਸ ਤਰ੍ਹਾਂ ਕਿਉਂਕਿ ਪਰਮਾਤਮਾ ਸਤ ਹੈ, ਇਸ ਲਈ ਉਹਨੇ ਜੋ ਕੁਝ ਬਣਾਇਆ ਹੈ ਉਹ ਵੀ ਸਤ ਹੈ। ਸਤ ਤੋਂ ਸਤ ਹੀ ਹੋਏਗਾ, ਕੂੜ ਤੋਂ ਕੂੜ ਹੋਵੇਗਾ। ਕੂੜ ਤੋਂ ਸਤ ਨਹੀਂ ਹੋ ਸਕਦਾ ਤੇ ਸਤ ਤੋਂ ਕੂੜ ਨਹੀਂ ਹੋ ਸਕਦਾ। ਸਤ ਹੈ ਪਰਮਾਤਮਾ, ਉਹ ਜੋ ਬਣਾਏਗਾ ਉਹ ਵੀ ਸਤ ਹੋਵੇਗਾ। ਇਸ ਲਈ ਉਹਦਾ ਰੂਪ ਸਤ ਹੈ ਤਾਂ ਉਹਦਾ ਅਸਥਾਨ ਵੀ ਸਤ ਹੈ। ਉਹ ਸਤਿਪੁਰਖ ਹੈ, ਇਸ ਲਈ ਸਭ ਤੋਂ ਵੱਡਾ ਹੈ। ਉਹਦੀ ਬਾਣੀ ਸਤ ਹੈ, ਇਸ ਲਈ ਉਹਦੇ ਕਰਮ ਵੀ ਸਤ ਨੇ। ਸਤਿਪੁਰਖ ਸਭ ਮਾਹੇ ਸਮਾਣੀ, ਉਹ ਸਤਿਪੁਰਖ ਹੈ। ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਕੋਈ ਐਸੀ ਚੀਜ਼ ਨਹੀਂ ਜਿਸ 'ਚ ਪਰਮਾਤਮਾ ਨਹੀਂ ਵਸਦਾ। ਆਮ ਕਣ ਕਣ ਮੇਂ ਭਗਵਾਨ, ਵੀ ਭਗਵਾਨ ਕਣ ਗਾ। ਤੁਸੀਂ ਕਦੇ ਰੇਤਾ ਵੇਖਿਆ ਹੋਣਾ, ਉਹਦੇ ਕੀ ਕਿਣਕਾ, ਉਹਨੂੰ ਕਹਿੰਦੇ ਕਣ। ਵੀ ਰੇਤੇ ਦੇ ਇੱਕ ਕਿਣਕੇ ਵਿੱਚ ਵੀ ਪਰਮਾਤਮਾ ਹੈ। ਛੋਟੀ ਤੋਂ ਛੋਟੀ ਚੀਜ਼ ਦੇ ਵਿੱਚ ਵੀ ਪਰਮਾਤਮਾ ਹੈ। ਕਈ ਚੀਜ਼ਾਂ ਇਹਨਾਂ ਅੱਖਾਂ ਨਾਲ ਦਿਸਦੀਆਂ, ਕਈ ਚੀਜ਼ਾਂ ਅੱਖਾਂ ਨਾਲ ਨਹੀਂ ਦਿਸਦੀਆਂ, ਪਰ ਹੈਣ ਇਸ ਉਹਨਾਂ ਵਿੱਚ ਵੀ ਪਰਮਾਤਮਾ ਹੈ। ਸੋ ਪਰਮਾਤਮਾ ਦੀ ਹੋਂਦ ਜੋ ਕੁਝ ਵੀ ਪਰਮਾਤਮਾ ਨੇ ਬਣਾਇਆ ਉਹਦੇ ਵਿੱਚ ਹੈ। ਇਸ ਲਈ ਉਹਨੂੰ ਪੁਰਖ ਕਹਿੰਦੇ। ਸਤਿਪੁਰਖ ਸਭ ਮਾਹੇ ਸਮਾਣੀ। ਜਿਹੜਾ ਸਤਿਪੁਰਖ ਹੈ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਸਤ ਕਰਮ ਜਾ ਕੀ ਰਚਨਾ ਸਤ।
ਜਿਹਦੀ ਰਚਨਾ ਸਤ ਹੈ ਉਹਦਾ ਕਰਮ ਵੀ ਸਤ ਹੈ, ਕਿ ਜੋ ਕਰਮ ਸਤ ਸੀ ਤਾਂ ਹੀ ਉਹਨੇ ਰਚਨਾ ਸਤ ਕੀਤੀ ਨਾ। ਸੋ ਜਿਹਦੀ ਰਚਨਾ ਸਤ ਹੈ ਉਹਦਾ ਕਰਮ ਵੀ ਸਤ ਹੈ। ਮੂਲ ਸਤ, ਸਤ ਉਤਪਤ, ਉਤਪਤ ਜਿਹਨੂੰ ਉਤਪਤੀ ਕਹਿੰਦੇ ਨੇ। ਜੋ ਵੀ ਪਰਮਾਤਮਾ ਨੇ ਬਣਾਇਆ ਪਰਮਾਤਮਾ ਤੋਂ ਪੈਦਾ ਹੋਇਆ ਉਹਨੂੰ ਉਤਪਤੀ ਕਹਿੰਦੇ। ਜੇ ਮੂਲ ਸਤ ਹੈ ਤਾਂ ਉਸ ਤੋਂ ਜੋ ਪੈਦਾ ਹੋਇਆ ਉਹ ਵੀ ਸਤ ਹੈ। ਤੇ ਮੂਲ ਕੌਣ ਹੈ? ਪਰਮਾਤਮਾ। ਹਰ ਇੱਕ ਚੀਜ਼ ਦਾ ਮੂਲ ਪਰਮਾਤਮਾ ਹੈ। ਪਰਮਾਤਮਾ ਨੂੰ ਕਹਿੰਦੇ ਨੇ ਇੱਕ। ਉਸ ਇੱਕ ਤੋਂ ਹੀ ਓਅੰਕਾਰ ਬਣਿਆ, ਉਸ ਇੱਕ ਤੋਂ ਹੀ ਸਾਰਾ ਸੰਸਾਰ ਬਣਿਆ। ਉਹ ਇੱਕ ਮੂਲ ਹੈ। ਜਦੋਂ ਮੂਲ ਹੀ ਸਤ ਹੈ ਤਾਂ ਉਸ ਤੋਂ ਜੋ ਕੁਝ ਬਣਿਆ ਉਹ ਵੀ ਸਤ ਹੈ। ਪਰਮਾਤਮਾ ਮੂਲ ਹੈ ਸਭ ਕਾਸੇ ਦਾ, ਉਹ ਸਤ ਹੈ। ਜਿੰਨੀ ਉਤਪਤੀ ਹੋਈ ਹੈ ਉਹ ਵੀ ਸਤ ਹੈ। ਸਤ ਕਰਨੀ ਨਿਰਮਲ ਨਿਰਮਲੀ, ਉਹਦੀ ਕਰਨੀ ਵੀ ਸਤ ਹੈ। ਅਤੇ ਨਿਰਮਲ ਨਿਰਮਲੀ, ਨਿਰਮਲ ਤੋਂ ਨਿਰਮਲ ਭਾਵ ਅਤੀ ਨਿਰਮਲ। ਪਰਮਾਤਮਾ ਦੀ ਕਰਨੀ, ਪਰਮਾਤਮਾ ਜੋ ਕਰਦਾ ਨਿਰਮਲ ਕਰਦਾ ਹੈ, ਉਹ 'ਚ ਮੈਲ ਨਹੀਂ ਹੁੰਦੀ। ਉਹਦੀ ਕਰਨੀ ਸਤ ਹੈ ਅਤੇ ਅਤੀ ਨਿਰਮਲ ਹੈ। ਜਿਸੈ ਬੁਝਾਏ ਤਿਸੈ ਸਭ ਭਲੀ। ਜਿਸੈ, ਇਹਨੂੰ ਜਿਸੇ ਨਹੀਂ ਬੋਲਦੇ ਨਾ। ਕਈ ਗੁਰੂ ਪਿਆਰਿਆਂ ਤੋਂ ਦਲਾਵਾਂ ਨਹੀਂ ਬੋਲ ਹੁੰਦੀਆਂ, ਜਾਂ ਬੋਲ ਨਹੀਂ ਹੁੰਦੀਆਂ, ਜਾਂ ਉਹ ਬੋਲਣ ਵੇਲੇ ਧਿਆਨ ਨਹੀਂ ਰੱਖਦੇ। ਕਈਆਂ ਤਾਂ ਬੋਲ ਹੀ ਨਹੀਂ ਹੁੰਦੀਆਂ। ਇੱਕ ਵਾਰ ਮੈਂ 6ਵੀਂ ਨੂੰ ਇੰਗਲਿਸ਼ ਪੜ੍ਹਾ ਰਿਹਾ, ਬੱਚੇ ਨੇ ਕਿਹਾ ਮੈਂ ਪੜ੍ਹ, ਕਹਿੰਦੀ ਹੀ ਇਜ ਗੋਇੰਗ। ਮੈਂ ਕਾਕਾ ਇਜ ਨਹੀਂ ਹੁੰਦਾ, ਬੋਲ ਇਜ਼। ਕਹਿੰਦਾ ਇਜ। ਮੈਂ ਬੋਲ ਇਜ਼, ਕਹਿੰਦਾ ਇਜ। ਮੈਂ ਬੋਲ ਇਜ਼, ਕਹਿੰਦਾ ਇਜ। ਇਹ ਤਾਂ ਮੈਂ ਬੋਲ ਹੀ ਨਹੀਂ ਆਉਂਦਾ। ਉਹ ਤਾਂ ਗੱਲ ਵੱਖਰੀ ਹੈ। ਜਿਵੇਂ ਹੁਣ ਮੈਂ ਬੋਲ ਛਾਂ, ਕਹਿੰਦਾ ਸਾਂ। ਮੈਂ ਬੋਲ ਛਾਂ, ਕਹਿੰਦਾ ਸਾਂ। ਮੈਂ ਬੋਲ ਛਾਂ, ਕਹਿੰਦਾ ਸਾਂ। ਨਹੀਂ ਬੋਲ। ਕਈ ਵਾਰੀ ਕਈ ਅੱਖਰ ਬੋਲ ਹੀ ਨਹੀਂ ਆਉਂਦੇ, ਉਹ ਤਾਂ ਗੱਲ ਹੈ ਵੱਖਰੀ। ਪਰ ਜੇ ਕਹੋ ਵੀ ਹਾਹੇ ਨੂੰ ਦਿਲਾਵਾਂ, ਕੀ ਹੁੰਦਾ? ਕਹਿੰਦੇ ਹੈ। ਇਹਦਾ ਪਤਾ ਹੈ ਬੋਲਣਾ ਆਉਂਦਾ ਨਾ। ਫਿਰ ਕਿਸ ਹੈ, ਇਹ ਵੀ ਬੋਲਣਾ ਆਉਂਦਾ। ਅਤੇ ਜੇ ਬੋਲਣਾ ਆਉਂਦਾ ਤਾਂ ਫਿਰ ਬੋਲਣਾ ਹੈ, ਫਿਰ ਦਿਲਾਵਾਂ ਨੂੰ ਲਾਂ ਦੀ ਤਰ੍ਹਾਂ ਆਵਾਜ਼ ਨਹੀਂ ਕੱਢਣੀ। ਇਸ ਲਈ ਗੁਰੂ ਮਹਾਰਾਜ ਜਿਸੈ ਬੁਝਾਏ, ਜਿਸ ਹੈ। ਜੇ ਤੁਹਾਨੂੰ ਕਹੋ ਲਿਖੋ ਜੀ ਉਹ ਦੁੱਖ ਸਹਿ ਰਿਹਾ ਹੈ, ਵੀ ਪੰਜਾਬੀ ਲਿਖੋ ਉਹ ਦੁੱਖ ਸਹਿ ਰਿਹਾ ਹੈ, ਤਾਂ ਸਹਿ ਆਪਾਂ ਲਿਖਾਂਗੇ ਸੱਸਾ ਹਾਹੇ ਨਸਿਆਰੀ, ਅਤੇ ਉਹਨੂੰ ਬੋਲਾਂਗੇ ਸਹਿ, ਅਤੇ ਅੱਗੇ ਜਜੇ ਨਸਿਆਰੀ ਕੀ ਬਣ ਗਿਆ? ਜਿਸ ਹੈ। ਇਹਨੂੰ ਜਿਸੇ ਨਹੀਂ ਪੜ੍ਹਨਾ, ਕੀ ਪੜ੍ਹਨਾ? ਜਿਸ ਹੈ। ਜਿਸੈ ਬੁਝਾਏ ਤਿਸੈ ਸਭ ਭਲੀ। ਅਤੇ ਜਿਹਨੂੰ ਪਰਮਾਤਮਾ ਸੋਝੀ ਦੇ ਦੇ, ਫਿਰ ਉਹਨੂੰ ਪਤਾ ਲੱਗਦਾ ਪਰਮਾਤਮਾ ਨੇ ਜੋ ਕਿਤਨਾ ਭਲਾ ਕੀਤਾ। ਉਹਨੇ ਜੋ ਬਣਾਇਆ ਭਲਾ ਬਣਾਇਆ। ਉਹਨੂੰ ਸਭ ਕੁਛ ਪਰਮਾਤਮਾ ਦਾ ਫਿਰ ਭਲਾ ਲੱਗਦਾ ਹੈ। ਉਹ ਕਹਿੰਦਾ ਪਰਮਾਤਮਾ ਭਲੀ ਕਰਦਾ। ਆਪਾਂ ਕੋਈ ਨਹੀਂ ਪਰਮਾਤਮਾ ਭਲੀ ਕਰੇਗਾ, ਗੁਰੂ ਮਹਾਰਾਜ ਭਲੀ ਕਰਨਗੇ। ਜਿਹਨੂੰ ਸੋਝੀ ਆ ਜਾਂਦਾ, ਜਿਹਨੂੰ ਪਰਮਾਤਮਾ ਸੋਝੀ ਦਿੰਦਾ, ਉਹਦੇ ਲਈ ਫਿਰ ਜੋ ਹੈ ਸਫਲਾ। ਸਤਨਾਮ ਪ੍ਰਭ ਕਾ ਸੁਖਦਾਈ। ਪਰਮਾਤਮਾ ਦਾ ਨਾਮ ਹੈ ਸਤਨਾਮ। ਕਿਰਤਮ ਨਾਮ ਕਥਾ ਮੇਰੀ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਹੇ ਪਰਮਾਤਮਾ ਜਿਹੜੇ ਤੇਰੇ ਕਿਰਤਮ ਨਾਮ ਨੇ। ਕਿਰਤ ਹੁੰਦਾ ਕੰਮ,
ਪਰਮਾਤਮਾ ਨੇ ਦੇ ਕੰਮਾਂ ਨੂੰ ਵੇਖ ਕੇ ਅਸੀਂ ਉਹਦੇ ਨਾਂ ਰੱਖ ਲੈਣੇ, ਉਹਦੇ ਆਡਰ ਨਾਮ ਰੱਖੇ। ਹਰੀ ਰੱਖ ਲਿਆ, ਕਿਸੇ ਨੇ ਵਾਹਿਗੁਰੂ ਰੱਖ ਲਿਆ, ਕਿਸੇ ਨੇ ਅੱਲਾ ਰੱਖ ਲਿਆ, ਕਿਸੇ ਨੇ ਰਾਮ ਰੱਖ ਲਿਆ, ਕਿਸੇ ਨੇ ਰਹੀਮ ਰੱਖ ਲਿਆ, ਕਿਸੇ ਨੇ ਕਰੀਮ ਰੱਖ ਲਿਆ। ਆਡਰ ਨਾਮ ਰੱਖ ਲਓ, ਉਹਦੇ ਕੰਮ ਵੇਖੇ ਉਹ ਨਾਮ ਰੱਖ ਲਿਆ। ਉਹਨੂੰ ਕਹਿੰਦੇ ਕਿਰਤਮ ਨਾਮ। ਕਹਿੰਦੇ ਜੇ ਉਹਦਾ ਅਸਲ ਨਾਮ ਹੈ ਉਹ ਹੈ ਸਤਨਾਮ। ਉਹ ਸਤਨਾਮ ਕਿ ਉਹ ਸਤ ਹੈ, ਇਸ ਲਈ ਉਹਦਾ ਨਾਮ ਵੀ ਸਤ ਹੈ। ਜੇ ਮੈਂ ਹੀ ਨਹੀਂ ਰਹਿਣਾ ਤਾਂ ਇੱਕ ਸਾਹਮਣੇ ਮੇਰੇ ਨਾਮ ਨੇ ਵੀ ਖਤਮ ਹੋ ਜਾਣਾ। ਜਿਹਦਾ ਧੀ ਪੁੱਤਰ ਚੰਗੇ ਹੋਣ ਤਾਂ ਬਾਪੂ ਦੀ ਬਰਸੀ ਮਨਾਉਂਦੇ ਰਹਿੰਦੇ ਨੇ, ਨਹੀਂ ਤਾਂ ਭੁੱਲ ਭੁਲਾ ਜਾਂਦੇ। ਕਈ ਵਾਰੀ ਪੋਤੇ ਨੂੰ ਵੀ ਨਹੀਂ ਪਤਾ ਤਾਂ ਮੇਰੇ ਦਾਦੇ ਦਾ ਕੀ ਨਾਮ ਸੀ। ਪੜੋਤੇ ਦੀ ਤਾਂ ਗੱਲ ਹੀ ਛੱਡੋ, ਤੁਹਾਨੂੰ ਆਪਣੇ ਪੜਦਾਦੇ ਦਾ ਕਿਸੇ ਵਿਰਲੇ ਟਾਈਮ ਨੂੰ ਪਤਾ ਨਹੀਂ ਕੀ ਨਾਮ ਹੈ। ਵੱਧ ਵੱਧ ਦਾਦੇ ਤੱਕ ਹੁੰਦਾ, ਉਹ ਵੀ ਹਰ ਇੱਕ ਨੂੰ ਨਹੀਂ ਪਤਾ ਤਾਂ ਮੇਰਾ ਦਾਦਾ ਕੌਣ ਸੀ। ਜੇ ਬਰਸੀਆਂ ਮਨਾਉਂਦੇ ਰਹੀਏ ਫਿਰ ਪਤਾ ਹੁੰਦਾ, ਫਿਰ ਪਤਾ ਹੁੰਦਾ ਘਰ 'ਚ ਵੀ ਅਖੰਡ ਪਾਠ ਹੋ ਰਿਹਾ, ਸਹਿਜ ਪਾਠ ਹੋ ਰਿਹਾ, ਕਿਹਦੇ ਲਈ ਹੋ ਰਿਹਾ, ਦਾਦੇ ਲਈ ਹੋ ਰਿਹਾ, ਪੜਦਾਦੇ ਲਈ, ਕਿਹਦੇ ਲਈ ਹੋ ਰਿਹਾ, ਉਹਦਾ ਕੀ ਨਾਂ ਸੀ। ਫਿਰ ਬੱਚੇ ਨੂੰ ਨਾਮ ਯਾਦ ਰਹਿੰਦਾ, ਨਹੀਂ ਤਾਂ ਭੁੱਲ ਭੁਲਾ ਜਾਂਦਾ। ਪਰ ਪਰਮਾਤਮਾ ਆਪ ਸਤ ਹੈ, ਜਿਹਦਾ ਨਾਮ ਵੀ ਸਤ ਹੈ। ਅਤੇ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਸੁਖਦਾਈ, ਉਹ ਸੁੱਖ ਦੇਣ ਵਾਲਾ ਹੈ। ਜੋ ਸੁੱਖ ਨਾ ਦੇਵੇ ਕੌਣ ਨਾਮ ਜਪੇ ਬਈ, ਫਿਰ ਤਾਂ ਉਹਦਾ ਕੋਈ ਨਾਮ ਹੀ ਨਾ ਜਪੇ। ਬਾਣੀ ਵੀ ਸਾਨੂੰ ਸੁੱਖ ਦਿੰਦੀ ਹੈ, ਪਰਮਾਤਮਾ ਦਾ ਨਾਮ ਵੀ ਸਾਨੂੰ ਸੁੱਖ ਦਿੰਦਾ, ਤਾਂ ਹੀ ਆਪਾਂ ਬਾਣੀ ਪੜ੍ਹਦੇ, ਨਾਮ ਜਪਦੇ। ਨਾਮ ਬਾਣੀ ਸਾਨੂੰ ਅਮੀਰ ਕਰਦੀ ਹੈ। ਇਸ ਲਈ ਅਸੀਂ ਆਪਣੇ ਕਾਰੋਬਾਰ ਵਧਾਉਣ ਲਈ, ਹੋਰ ਕੰਮਾਂ ਲਈ ਬਾਣੀ ਪੜ੍ਹਦੇ ਹਾਂ ਵੀ ਸੱਚੇ ਪਾਤਸ਼ਾਹ ਕਾਰੋਬਾਰ 'ਚ ਵਾਧੇ ਕਰੇ। ਬਾਣੀ ਨਾਮ ਇਹ ਲਾਭਦਾਇਕ ਨੇ। ਜਿਹੜੀ ਚੀਜ਼ ਲਾਭਦਾਇਕ ਹੋਵੇ ਉਹੀ ਸੁੱਖ ਦਿੰਦੀ ਹੈ। ਲਾਭਦਾਇਕ ਚੀਜ਼ ਤੋਂ ਹੀ ਆਪਾਂ ਨੂੰ ਸੁੱਖ ਮਿਲਦਾ, ਨੁਕਸਾਨਦਾਇਕ ਚੀਜ਼ ਤੋਂ ਆਪਾਂ ਨੂੰ ਸੁੱਖ ਨਹੀਂ ਮਿਲ ਸਕਦਾ। ਇਸ ਲਈ ਪਰਮਾਤਮਾ ਜੋ ਸਤਿਨਾਮ ਹੈ ਨਾ, ਸੁਖਦਾਈ ਹੈ, ਉਹ ਸੁੱਖ ਦੇਣ ਵਾਲਾ ਹੈ। ਇਸ ਲਈ ਨਾਮ ਜਪਿਆ ਕਰੋ। ਉੱਠਦਿਆਂ, ਬੈਠਦਿਆਂ, ਤੁਰਦਿਆਂ, ਫਿਰਦਿਆਂ, ਕੰਮ ਧੰਦਾ ਕਰਦਿਆਂ ਅਭਿਆਸ ਕਰਨਾ ਪੈਣਾ। ਪਹਿਲਾਂ ਜਦੋਂ ਕਈ ਮਹੀਨੇ ਅਸੀਂ ਅਭਿਆਸ ਕਰਾਂਗੇ ਨਾ, ਫਿਰ ਆਪਣੇ ਆਪ ਹੀ ਚੱਲ ਪਏਗਾ। ਫਿਰ ਜਿਹੜਾ ਹੈ, ਜੇ ਪਾਕਿਸਤਾਨ ਜੀ ਇਹ ਜੀ ਬੰਦਾ ਇੱਥੇ ਆਉਣਾ ਹਿਲ ਗਿਆ ਹੈ, ਇੱਥੇ ਕਿਤੇ ਗਿੱਝ ਗਿਆ, ਕੋਈ ਅਵਾਰਾ ਕੁੱਤਾ ਤੁਹਾਡੇ ਬੂਹੇ ਗਿਆ, ਤੁਸੀਂ ਉਹਨੂੰ ਰੋਟੀ ਪਾ ਦਿਓ, ਉਹ ਕੱਲ੍ਹ ਨੂੰ ਵੀ ਆਏਗਾ ਉਸੇ ਵੇਲੇ, ਉਹਨੂੰ ਫੇਰ ਪਾ ਦਿਓ। ਉਹ ਪਰਸੋਂ ਨੂੰ ਵੀ ਆਵੇਗਾ, ਉਹਨੂੰ ਫੇਰ ਪਾ ਦਿਓ। 15-20 ਦਿਨ ਨੂੰ ਰੋਟੀ ਪਾਓ, ਉਹ ਰੋਜ਼ ਤੁਹਾਡੇ ਬੂਹੇ 'ਤੇ ਆਉਣ ਲੱਗ ਜਾਏ। ਹਿਲ ਗਿਆ, ਆਉਣਾ ਹਿਲ ਗਿਆ, ਉਹਨੂੰ ਕਹਿੰਦੇ ਗਿੱਝ ਗਿਆ ਹੈ। ਗਿੱਝ ਕੇ ਨੂੰ ਗੁਰਬਾਣੀ ਲਿਖਿਆ ਗੀਧੀ ਰਸਨਾ ਗੀਧੀ ਬੋਲਤ ਰਾਮ ਪੂਰਨ ਹੋਏ ਸਗਲੇ ਕੰਮ। ਜਦੋਂ ਰਸਨਾ ਰਾਮ ਰਾਮ ਕਰਨਾ ਗਿੱਝ ਜਾਵੇ, ਪਰ ਸਾਰੇ ਕੰਮ ਰਾਸ ਹੋ ਜਾਂਦੇ ਨੇ। ਫਿਰ ਸਭ ਕੰਮ ਪੂਰਨ ਹੋ ਜਾਂਦੇ, ਫਿਰ ਨਹੀਂ ਅਧੂਰੇ ਰਹਿੰਦੇ। ਰਸਨਾ ਨੂੰ ਗਿਝਾਉਣਾ, ਜੇ ਅਸੀਂ ਵਾਹਿਗੁਰੂ 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 ਉੱਠਦੇ ਬੈਠਦੇ ਤੁਰਦੇ ਫਿਰਦੇ ਕਰਦੇ ਰਹਾਂਗੇ। ਇੱਕ ਤਾਂ ਆਪਾਂ ਦਿਮਾਗੀ ਕੰਮ ਕਰ ਰਹੇ, ਉਦੋਂ ਗੱਲ ਵੱਖਰੀ ਹੈ, ਉਦੋਂ ਉਹੀ ਕਰਨਾ ਚਾਹੀਦਾ। ਪਰ ਜਦੋਂ ਆਪਾਂ ਸਰੀਰਕ ਕੰਮ ਕਰ ਰਹੇ ਹਾਂ, ਫਿਰ ਤਾਂ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹਾਂ ਨਾ। ਮੈਂ ਮੰਨ ਲਓ ਸੈਰ ਕਰ ਰਿਹਾ, ਬਜਾਏ ਫਜ਼ੂਲ ਦਾ ਸੋਚੀ ਜਾਵਾਂ, ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ। ਇਸ਼ਨਾਨ ਕਰ ਰਿਹਾ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਚਾਹ ਪਾਣੀ ਬਣਾ ਰਿਹਾ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਦਫ਼ਤਰ ਨੂੰ ਜਾ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਆ ਰਹੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਦੁਰਘਟਨਾ ਤੋਂ ਬਚਾ ਰਹੇਗਾ। ਆਹ ਵੱਡੇ ਵੱਡੇ ਡੰਮ ਜੇ ਕਰਨ ਵਾਲੇ ਲਾਏ ਨੇ ਗਾਣੇ ਕਾਰਾਂ 'ਚ, ਅਤੇ ਫਿਰ ਉਹਦੀ ਮਤਲਬ ਆਹ ਐਕਸੀਡੈਂਟ ਹੋ ਗਿਆ। ਬਈ ਭਲੇ ਮਾਨਸੋ, ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਕਾਰ ਚਲਾਉਂਦੇ, ਕਾਹਨੂੰ ਦੁਰਘਟਨਾ ਹੁੰਦੀ? ਉਹ ਗੰਦਮੰਦ ਜਿਹਾ ਲਾ ਲਿਆ ਹੈ ਬਸ। ਜਦੋਂ
ਕੀਰਤਨ ਅੰਦਰ ਲੱਗਾ ਹੋਵੇਗਾ, ਅੰਦਰ ਬਾਣੀ ਕਾਰ 'ਚ ਲੱਗੀ ਹੋਵੇਗੀ, ਜਾਂ ਤੁਸੀਂ ਆਪ ਕੀਰਤਨ ਕਾਰ ਬਾਣੀ ਪੜ੍ਹ ਰਹੇ ਹੋ, ਨਾਮ ਜਪ ਰਹੇ ਹੋ, ਫਿਰ ਗੁਰੂ ਮਹਾਰਾਜ ਉੱਥੇ ਹਾਜ਼ਰ ਹੋਣਗੇ। ਹੁਣ ਜਦ ਗੁਰੂ ਮਹਾਰਾਜ ਹਾਜ਼ਰ ਹੋਣਗੇ ਫਿਰ ਕਿਵੇਂ ਦੁਰਘਟਨਾ ਹੋ ਜਾਏਗੀ ਜੀ? ਦਸਮ ਪਾਤਸ਼ਾਹ ਕਹਿੰਦੇ ਹਮਰੀ ਕਰੋ ਹਾਥ ਦੇ ਰੱਛਾ। ਦਸਮ ਪਾਤਸ਼ਾਹ ਪਰਮਾਤਮਾ ਨੂੰ ਕਿਹਾ ਨਾ, ਜੋ ਕਹਿੰਦੇ ਹੀ ਨਾ, ਫਿਰ ਉਹਨੂੰ ਵੀ ਕਿਹਾ, ਅਸੀਂ ਵੀ ਕਹਿੰਦੇ। ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਜਿੱਥੇ ਵੀ ਹਾਂ ਪਰਮਾਤਮਾ ਉੱਥੇ ਹੀ ਹੈ। ਅਤੇ ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਕਾਰ ਚਲਾ ਰਹੇ ਹੋ ਅਤੇ ਪਰਮਾਤਮਾ ਵਿੱਚ ਹੀ ਬੈਠਾ, ਅਤੇ ਜਿੱਥੇ ਪਰਮਾਤਮਾ ਬੈਠਾ ਹੋਵੇ, ਦੱਸੋ ਉੱਥੇ ਕਿਵੇਂ ਦੁਰਘਟਨਾ ਹੋ ਸਕਦੀ ਹੈ ਜੀ? ਤੁਸੀਂ ਆਪ ਹੀ ਸੋਚੋ। ਇਸ ਲਈ ਐਵੇਂ ਨਹੀਂ ਸਮਾਂ ਲੰਘਾਉਣਾ ਚਾਹੀਦਾ। ਪਰਮਾਤਮਾ ਦਾ ਨਾਮ ਸੁਖਦਾਈ ਹੈ ਅਤੇ ਅਸੀਂ ਸੁੱਖ ਚਾਹੁੰਦੇ ਹਾਂ। ਅਤੇ ਪੰਚਮ ਪਾਤਸ਼ਾਹ ਸੁੱਖ ਨਾਹੀਂ ਰੇ ਹਰ ਭਗਤ ਬਿਨਾ। ਹਰੇ ਦੀ ਭਗਤੀ ਤੋਂ ਬਿਨਾਂ ਸੁੱਖ ਹੈ ਹੀ ਨਹੀਂ। ਮਨੁੱਖ ਨੂੰ ਗਿਆਨ ਹੀ ਨਹੀਂ ਕਿ ਮੈਨੂੰ ਸੁੱਖ ਮਿਲੇਗਾ ਕਿਵੇਂ। ਇਹ ਹੋਰ ਚੀਜ਼ਾਂ ਮਾਇਆ ਦੇ ਵਿੱਚੋਂ ਹੋਰਾਂ ਚੀਜ਼ਾਂ ਸੁੱਖ ਭਾਲਦਾ ਹੈ। ਉਹ ਮਿਲਦਾ ਸੁੱਖ ਉਹਨਾਂ ਤੋਂ ਵੀ, ਪਰ ਉਹ ਥੋੜ੍ਹ ਚਿਰਾ ਹੁੰਦਾ। ਉਹ ਸੁੱਖ ਸਦੀਵੀ ਨਹੀਂ ਹੁੰਦਾ। ਸਾਨੂੰ ਚਾਹੀਦਾ ਸਦੀਵੀ ਸੁੱਖ, ਜਿਹਨੂੰ ਗੁਰਬਾਣੀ ਲਿਖਿਆ ਆਨੰਦ। ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੁੰਦਾ। ਸੁੱਖ ਦਾ ਵਿਰੋਧੀ ਸ਼ਬਦ ਦੁੱਖ ਹੈ। ਅਮੀਰੀ ਦਾ ਵਿਰੋਧੀ ਸ਼ਬਦ ਗਰੀਬੀ ਹੈ। ਬਿਮਾਰੀ ਦਾ ਵਿਰੋਧੀ ਸ਼ਬਦ ਤੰਦਰੁਸਤੀ ਹੈ। ਪਰ ਆਨੰਦ ਦਾ ਕੋਈ ਵਿਰੋਧੀ ਸ਼ਬਦ ਹੀ ਨਹੀਂ। ਆਨੰਦ ਹੈ ਸਦਾ ਰਹਿਣ ਵਾਲਾ ਸੁੱਖ। ਸਭ ਪਰਮਾਤਮਾ ਦਾ ਜੋ ਸਤਿਨਾਮ ਹੈ ਨਾ, ਇਹ ਸੁਖਦਾਈ ਹੈ, ਇਹ ਸੁੱਖ ਦੇਣ ਵਾਲਾ ਹੈ। ਹੁਣ ਜਪਣਾ ਨਾ ਜਪਣਾ ਤੁਹਾਡੀ ਮਰਜ਼ੀ ਹੈ। ਸੁੱਖ ਅਸੀਂ ਸਾਰੇ ਚਾਹੁੰਦੇ ਹਾਂ, ਪਰ ਬਾਣੀ ਦਾ ਗਿਆਨ ਵੀ ਹੈ, ਪਰ ਬਾਣੀ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਜ਼ਿੰਦਗੀ 'ਚ। ਇਸ ਲਈ ਉਹ ਗਿਆਨ ਵੀ ਕਿਸੇ ਕੰਮ ਦਾ ਨਹੀਂ ਹੁੰਦਾ। ਗਿਆਨ ਵੀ ਉਹੀ ਲਾਭਦਾਇਕ ਹੈ ਜਿਹਦੀ ਵਰਤੋਂ ਕੀਤੀ ਜਾਵੇ। ਜੇ ਅਸੀਂ ਗਿਆਨ ਦੀ ਵਰਤੋਂ ਨਹੀਂ ਕਰਦੇ, ਗਿਆਨ ਤਾਂ ਹੈ ਪਰ ਉਹਦੀ ਵਰਤੋਂ ਹੀ ਨਹੀਂ ਕਰਦੇ, ਤਾਂ ਫਿਰ ਸਾਨੂੰ ਕੀ ਫਾਇਦਾ ਹੋਏਗਾ? ਤੁਹਾਡੇ ਕੋਲ ਪੈਸਾ ਹੈ ਪਰ ਤੁਸੀਂ ਉਹਨੂੰ ਵਰਤਦੇ ਹੀ ਨਹੀਂ। ਇਤਨੇ ਕੰਜੂਸ ਹੋ ਕਿ ਦਵਾਨੀ ਖਰਚਣ ਲਈ ਤਿਆਰ ਨਹੀਂ। ਉਸ ਪੈਸੇ ਦਾ ਵੀ ਕੀ ਕਰਾਉਣਾ ਜੀ? ਉਸ ਪੈਸੇ ਦਾ ਵੀ ਕੀ ਕਰਾਉਣਾ? ਜਿਵੇਂ ਲੌਕਰ ਹੁੰਦੇ ਨਾ ਬੈਂਕਾਂ 'ਚ, ਤੁਸੀਂ ਆਪਣੇ ਗਹਿਣੇ ਜਾਂ ਹੋਰ ਕੋਈ ਜ਼ਰੂਰੀ ਕਾਗਜ਼ਾਤ ਜਾਂ ਕੋਈ ਮਾਇਆ ਉਹਨਾਂ ਲੌਕਰਾਂ 'ਚ ਰੱਖ ਦਿਓ। ਇਹ ਕੰਜੂਸ ਐਂ ਸਮਝੋ ਲੌਕਰ ਨੇ। ਲੌਕਰ ਤੁਹਾਡੇ ਪੈਸੇ ਨੂੰ ਨਹੀਂ ਖਰਚਦਾ, ਨਾ ਗਹਿਣੇ ਪਾਉਂਦਾ, ਉਹ ਵਿੱਚ ਪਏ ਰਹਿੰਦੇ ਨੇ। ਕੰਜੂਸ ਵੀ ਇਹੋ ਜਿਹਾ, ਖਰਚਣਾ ਨਹੀਂ, ਇਕੱਠੇ ਕਰੀ ਜਾਣਾ ਨਹੀਂ। ਧਨ ਨੂੰ ਵਰਤਣਾ ਹੈ, ਠੀਕ ਹੈ, ਇਹਨੂੰ ਖਰਚਣਾ ਨਹੀਂ ਹੈ, ਇਹ ਵਰਤਣਾ ਹੈ। ਵਿਚਾਰ ਕਰਿਆ ਕਰੋ ਕਿ ਵਰਤਣ ਅਤੇ ਖਰਚਣ 'ਚ ਕੀ ਫਰਕ ਹੈ। ਮੈਨੂੰ ਜਿੰਨੀ ਪੈਨਸ਼ਨ ਮਿਲਦੀ ਹੈ ਮੈਂ ਅੱਧੇ ਘੰਟੇ 'ਚ ਖਰਚ ਕਰ ਸਕਦਾ ਹਾਂ, ਪਰ ਜੇ ਮੈਨੂੰ ਵਰਤਾਂਗਾ ਤਾਂ ਫਿਰ ਆਰਾਮ ਨਾਲ ਪੂਰਾ ਮਹੀਨਾ ਲੰਘ ਜਾਏਗਾ। ਹੁਣ ਸਮਝ ਗਏ ਹੋਗੇ ਵੀ ਖਰਚ ਕਿਹਨੂੰ ਕਹਿੰਦੇ ਨੇ, ਵਰਤਣਾ ਕਿਹਨੂੰ ਕਹਿੰਦੇ ਨੇ। ਵਰਤਣਾ ਹੁੰਦਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਉਸ 'ਤੇ ਤੁਸੀਂ ਪੈਸਾ ਵਰਤਿਆ, ਖਰਚੇ, ਉਹ ਵਰਤ। ਲੋੜ ਹੈ ਨਹੀਂ, ਉਂਝ ਹੀ ਖਰਚੀ ਜਾਣਾ, ਉਹ ਖਰਚਣਾ ਹੁੰਦਾ। ਅਸੀਂ ਧਨ ਵਰਤਣਾ ਭਾਵੇਂ ਕਿੰਨਾ ਹੀ ਹੋਵੇ। ਇਹ ਨਹੀਂ ਵੀ ਬਹੁਤਾ ਧਨ ਹੈ ਅਤੇ ਉਂਝ ਹੀ ਉਹਨੂੰ ਖਰਚੀ ਜਾਓ, ਨਹੀਂ। ਧਨ ਭਾਵੇਂ ਕਰੋੜਾਂ ਹੋਵੇ, ਉਹਨੂੰ ਵਰਤੀ ਦਾ, ਖਰਚੀ ਦਾ ਨਹੀਂ ਹੁੰਦਾ। ਖਰਚਣ ਨਾਲ ਤਾਂ ਕੁਝ ਹੀ ਦਿਨਾਂ ਸਭ ਕੁਛ ਮੁਕਾ ਜਾਂਦਾ ਹੈ। ਇਸ ਲਈ ਪਰਮਾਤਮਾ ਦਾ ਨਾਮ ਤਾਂ ਸੁਖਦਾਈ ਹੈ। ਇਸ ਲਈ ਭਾਈ ਉੱਠਦੇ ਬੈਠਦੇ ਜਿੰਨਾ ਵੱਧ ਤੋਂ ਸਮਾਂ ਮਿਲੇ ਉਹਦਾ ਨਾਮ ਜਪਿਆ ਕਰੋ। ਵਿਸ਼ਵਾਸ, ਪਹਿਲੇ ਸੱਸੇ ਦੇ ਪੈਰ 'ਚ ਬਿੰਦੀ ਲਾਉਣੀ ਹੈ, ਦੂਜਾ ਸੱਸਾ ਵੈਸੇ ਹੁੰਦਾ। ਉਂਝ ਬੋਲਦੇ ਆਪਾਂ ਪੰਜਾਬੀ 'ਚ ਵਿਸ਼ਵਾਸ, ਵੀ ਤੈਨੂੰ ਮੇਰੇ 'ਤੇ ਵਿਸ਼ਵਾਸ ਨਹੀਂ,
ਬੋਲਦੇ ਦੋਨਾਂ ਸੱਸਿਆਂ 'ਚ ਬਿੰਦੀ ਲਾ ਕੇ ਆ, ਪਰ ਹੁਣ ਜਦੋਂ ਲਿਖਣਾ ਪੈਂਦਾ ਫਿਰ ਵਾਵੇ ਨੂੰ ਸਿਆਰੀ, ਸੱਸੇ ਤੇ ਪੈਰ 'ਚ ਬਿੰਦੀ ਵਿਸ਼, ਵਾਵੇ ਨੂੰ ਕਰਨਾ ਸੱਸਾ ਵਾਸ, ਵਿਸ਼ਵਾਸ, ਫਿਰ ਐ ਲਿਖੀ। ਇਸ ਲਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਇਹ ਜਿਹੜਾ ਵਿਸ਼ਵਾਸ ਹੈ ਕਿ ਪਰਮਾਤਮਾ ਸਤ ਹੈ, ਗਿਆਨ ਹੋਣਾ ਪਰਮਾਤਮਾ ਸਤ ਹੈ ਹੋਰ ਗੱਲ ਹੈ, ਵਿਸ਼ਵਾਸ ਹੋਣਾ ਹੋਰ ਗੱਲ ਹੈ। ਅਸਲ ਵਿਸ਼ਵਾਸ ਤਾਂ ਪ੍ਰੈਕਟੀਕਲ ਕਰਕੇ ਬਾਈਦਾ। ਤੁਸੀਂ ਉਹ ਦੁਖੀ, ਮੈਂ ਤੁਹਾਨੂੰ ਕਹਿਤਾ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਰੋਜ਼ 1 ਘੰਟਾ ਵਾਹਿਗੁਰੂ 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 ਬੜੇ ਧਿਆਨ ਨਾਲ ਕਰਿਆ ਕਰੋ, 40 ਦਿਨ ਕਰੋ। 40 ਦਿਨਾਂ ਬਾਅਦ ਤੁਸੀਂ ਸੁਖੀ ਹੋਣਾ ਸ਼ੁਰੂ ਹੋ ਗਏ। ਤੁਸੀਂ ਕਹੋਗੇ ਹਾਂ ਵਾਕਈ ਨਾਮ ਜਪਣ ਨਾਲ ਸੁੱਖ ਮਿਲਦਾ ਹੈ। ਕਿਉਂ? ਤੁਸੀਂ ਉਹ ਪ੍ਰੈਕਟੀਕਲ ਕਰਕੇ ਵੇਖ ਲਿਆ, ਉਹ ਤੁਹਾਡਾ ਆਪਣਾ ਅਨੁਭਵ ਹੈ। ਵਿਸ਼ਵਾਸ ਉਦੋਂ ਵੱਜਦਾ ਜਦੋਂ ਆਪਣਾ ਅਨੁਭਵ ਹੋ ਜਾਏ, ਅਤੇ ਜਾਂ ਫਿਰ ਦਾਤੇ ਦੀ ਇੰਨੀ ਕਿਰਪਾ ਹੋਵੇ ਕਿ ਜੋ ਬਾਣੀ 'ਚ ਲਿਖੋ ਤੇ ਆ ਜਾਏ ਵਿਸ਼ਵਾਸ, ਗੁਰੂ ਦੀ ਗੱਲ 'ਤੇ ਆ ਜਾਏ ਵਿਸ਼ਵਾਸ, ਅਤੇ ਫਿਰ ਆਪੇ ਹੀ ਗੱਲ ਬਣ ਸਕਦੀ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਗੁਰੂ ਮਹਾਰਾਜ ਕਹਿੰਦੇ ਇਹ ਪਰਮਾਤਮਾ ਜਿਹੜਾ ਵਿਸ਼ਵਾਸ ਹੈ ਨਾ, ਇਹ ਮੈਨੂੰ ਗੁਰੂ ਤੋਂ ਦਾਤ ਮਿਲੀ ਹੈ। ਗੁਰੂ ਨੇ ਮੈਨੂੰ ਦ੍ਰਿੜ ਕਰਾਇਆ ਕਿ ਪਰਮਾਤਮਾ 'ਤੇ ਵਿਸ਼ਵਾਸ ਰੱਖਣਾ। ਜਿਵੇਂ ਇੱਕ ਬੰਦਾ ਪੰਚਮ ਪਾਤਸ਼ਾਹ ਨੂੰ ਮਿਲਣ ਆਉਂਦਾ ਰਹਿੰਦਾ ਸੀ, ਕੋਈ ਦਿਨ ਸੇਵਾ ਕਰਕੇ ਫਿਰ ਮੁੜ ਜਾਂਦਾ ਸੀ। ਉਹਨੇ ਅੰਦਾਜ਼ਾ ਲਾਉਣਾ ਵੀ ਮੈਂ 7 ਦਿਨ ਉੱਥੇ ਸੇਵਾ ਕਰਨੀ। 7 ਦਿਨਾਂ ਲਈ ਉਹਨੇ ਰਸਦ ਪਾਣੀ ਖਰੀਦ ਕੇ ਘਰ ਦੇ ਜੀਆਂ ਨੂੰ ਦੇ ਜਾਣਾ ਵੀ 8ਵੇਂ ਦਿਨ ਮੈਂ ਆ ਜਾਵਾਂਗਾ। ਇਸ ਤਰ੍ਹਾਂ ਆਉਂਦਾ ਜਾਂਦਾ ਰਿਹਾ। ਇੱਕ ਦਿਨ ਗੁਰੂ ਮਹਾਰਾਜ ਨੂੰ ਕਹਿੰਦੇ ਜਾਣ ਲੱਗਾ, ਭਾਈ ਹੋਰ ਠਹਿਰ ਇੱਥੇ। ਕਹਿ ਨਾ ਜੀ ਮੈਂ ਤਾਂ 7 ਦਿਨਾਂ ਦਾ ਰਾਸ਼ਨ ਪਾਣੀ ਦੇ ਕੇ ਆਇਆ ਸੀ, ਅਤੇ ਮੈਂ ਹੁਣ ਜਾਣਾ ਕਿਰਤ ਕਰਾਂਗਾ, ਫਿਰ ਉਹਨਾਂ ਰਾਸ਼ਨ ਪਾਣੀ ਦੇਵਾਂਗਾ। ਕਹਿੰਦੇ ਭਾਈ ਜਿਸ ਨੇ ਪੈਦਾ ਕੀਤਾ ਆਪੇ ਉਹਨੂੰ ਰਾਸ਼ਨ ਪਾਣੀ ਦੇਗਾ, ਤੂੰ ਕਿਉਂ ਚਿੰਤਾ ਕਰਦਾ ਕਿ ਲਓ ਜੀ ਜੇ ਮੈਂ ਰਾਸ਼ਨ ਪਾਣੀ ਤਾਂ ਭੁੱਖੇ ਮਰ ਜਾਣਗੇ। ਜੇ ਮੈਂ ਕਮਾਵਾਂਗਾ ਹੀ ਨਹੀਂ ਜਾ ਕੇ ਤਾਂ ਸਮਾਨ ਹੀ ਨਹੀਂ ਖਰੀਦਾਂਗਾ ਤਾਂ ਉਹ ਤਾਂ ਭੁੱਖੇ ਮਰ ਜਾਣਗੇ। ਕਹਿੰਦੇ ਅੱਛਾ। ਗੁਰੂ ਮਹਾਰਾਜ ਚਿੱਠੀ ਲਿਖੀ, ਕਹਿੰਦੇ ਇਹ ਨਾ ਫਲਾਣੇ ਪਿੰਡ ਲੈ ਜਾ, ਉਹਨਾਂ ਨੂੰ ਜਾ ਕੇ ਦੇਣੀ ਹੈ ਵੀ ਗੁਰੂ ਮਹਾਰਾਜ ਨੇ ਚਿੱਠੀ ਦਿੱਤੀ। ਲੈ ਗਿਆ। ਉਸ ਚਿੱਠੀ 'ਚ ਲਿਖਿਆ, ਉਹ ਬਹੁਤ ਅਮੀਰ ਪਰਿਵਾਰ ਸੀ ਜਿੱਥੇ ਗਿਆ, ਕਿ ਇਹ ਜਿਹੜਾ ਸਾਡਾ ਖਾਸ ਬੰਦਾ ਜੀ ਜਿਹੜਾ ਆਇਆ ਚਿੱਠੀ ਲੈ ਕੇ, ਇਹਨੂੰ 6 ਮਹੀਨੇ ਘਰ ਨਹੀਂ ਜਾਣ ਦੇਣਾ, ਆਪਣੇ ਕੋਲ ਰੱਖਣਾ। ਉਹਨਾਂ ਨੇ ਬਹੁਤ ਵੱਡੀਆਂ ਕਮਰੇ 'ਚ ਬੈੱਡ ਵਿਛਾਤਾ, ਬੜਾ ਆਦਰ ਮਾਣ ਸੇਵਾ ਕੀਤੀ। ਉਹਨੇ ਕਿਹਾ ਪਤਾ ਨਹੀਂ ਸ਼ਾਇਦ ਚਿੱਠੀ 'ਚ ਲਿਖਿਆ ਵੀ ਆਦਰ ਮਾਣ ਕਰਿਓ। ਆਦਰ ਅਮੀਰ ਸਨ ਬਹੁਤ ਆਦਰ। ਉਹ ਦੂਜੇ ਦਿਨ ਕਹਿੰਦੇ ਮੈਨੂੰ ਜਾਣ ਦੀ ਆਗਿਆ ਦਿਓ ਜੀ। ਉਹ ਕਹਿੰਦੇ ਜਿਹੜਾ ਗੁਰੂ ਮਹਾਰਾਜ ਚਿੱਠੀ ਭੇਜੀ ਉਹ 'ਚ ਲਿਖਿਆ ਇਸ ਬੰਦੇ ਨੂੰ 6 ਮਹੀਨੇ ਕਿਤੇ ਨਹੀਂ ਜਾਣ ਦੇਣਾ। ਉਹ ਜੇ ਸੋਚਦੇ ਹੁਣ ਮੇਰਾ ਪਰਿਵਾਰ ਮਰ ਜਾਏਗਾ ਭੁੱਖ ਨਾਲ। ਇਹ ਤਗੜੇ ਨੇ, ਮੈਂ ਭੱਜ ਵੀ ਨਹੀਂ ਸਕਦਾ। ਇਹ ਤਾਂ ਤਗੜੇ ਨੇ, ਮੈਂ ਫੜ ਕੇ ਮੇਰਾ ਕੁਟਾਪਾ ਕਰਨਗੇ। ਗੁਰੂ ਮਹਾਰਾਜ ਇਹਨਾਂ ਨੂੰ ਜਾਣ ਨਹੀਂ ਦੇਣਾ, ਇਹਨਾਂ ਮੈਨੂੰ ਜਾਣ ਵੀ ਨਹੀਂ ਦੇਣਾ। ਇਹ ਰਹਿੰਦਾ ਜੀ, ਪਰ ਚਿੰਤਾ ਲੱਗੀ ਰਹਿੰਦੀ ਹੈ। 6 ਮਹੀਨਿਆਂ ਬਾਅਦ ਉਹ ਕਹਿੰਦੇ ਅੱਛਾ ਭਾਈ, ਬੜੇ ਪਿਆਰ ਨਾਲ ਉਹਨਾਂ ਨੇ ਤੋਰਿਆ ਕਿ ਹੁਣ ਤੁਸੀਂ ਘਰ ਜਾ ਸਕਦੇ ਹੋ। ਘਰ ਜਾ ਰਹੇ ਨਾਲ ਸੋਚ ਰਹੇ ਸਾਰੇ ਮਰ ਮੁਰ ਗਏ ਹੋਣਗੇ। ਘਰ ਗਿਆ, ਪਹਿਲਾਂ ਨਾਲੋਂ ਵੀ ਰੌਣਕ ਘਰ 'ਚ ਲੱਗੀ ਹੋਈ ਹੈ, ਪਹਿਲਾਂ ਨਾਲੋਂ ਵੀ। ਉਹ ਬੜਾ ਹੈਰਾਨ ਹੋਇਆ, ਅਤੇ ਮੈਂ ਤਾਂ ਸੋਚਿਆ ਸੀ ਮਰ ਗਏ ਹੋਣਗੇ, ਇਹ ਤਾਂ ਪਹਿਲਾਂ ਨੇ ਵਧੀਆ ਕੱਪੜੇ ਪਾਏ ਨੇ, ਬੜੇ ਖੁਸ਼ ਨੇ ਤਾਂ ਦਿਖਾਈ ਦੇ। ਕਹਿੰਦੇ ਬਈ ਤੁਹਾਨੂੰ ਕੋਈ ਖਾਣ ਪੀਣ ਨੂੰ ਮਿਲਦਾ ਸੀ? ਕਹਿੰਦੇ ਹਾਂਜੀ 2-3 ਦਿਨਾਂ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਫਲਾਣਾ ਬੰਦਾ ਇਹ ਤਾਂ ਘਰੋਂ ਚਲਿਆ ਗਿਆ, ਵੀ ਭਾਈ ਇਹਨਾਂ ਦੇ ਪਰਿਵਾਰ ਦਾ ਕੁਛ ਕਰਨਾ ਚਾਹੀਦਾ।
ਕਹਿੰਦੇ ਉਹਨਾਂ ਨੇ ਜਿਹੜਾ ਹੈ ਦਾਣੇ ਇਕੱਠੇ ਕਰਕੇ ਹੋਰ ਸਮਾਨ 5-7 ਕਰਕੇ ਸਾਨੂੰ ਦੇਤਾ, ਕੋਈ ਨਾਲ ਮਾਇਆ ਦੇਤੀ। 15 ਦਿਨਾਂ 20 ਦਿਨਾਂ ਬਾਅਦ ਫਿਰ ਆਉਂਦੇ ਭਾਈ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ। ਘਰ ਵਾਲੀ ਕਹਿੰਦੀ ਮੈਂ ਜਿਹੜਾ ਹੈ ਇੱਕ ਅਮੀਰ ਦੇ ਘਰ ਨੌਕਰੀ ਕਰਨੀ ਸ਼ੁਰੂ ਕਰਤੀ। ਮੇਰੀ ਲੜਕੀ ਨੇ ਵੀ ਇੱਕ ਅਮੀਰ ਦੇ ਘਰ ਨੌਕਰੀ ਸ਼ੁਰੂ ਕਰਤੀ। ਉਹ ਅਸੀਂ ਨੌਕਰੀ ਕਰਨ ਲੱਗ ਪਏ। ਮੇਰੇ ਮੁੰਡੇ ਨੇ ਕਹਿੰਦੇ ਇੱਕ ਅਮੀਰ ਦੇ ਘਰ ਸੇਵਾ ਕਰਨੀ ਸ਼ੁਰੂ ਕਰਤੀ। ਇਸ ਲਈ ਉਹ ਸਾਨੂੰ ਜਿਹੜਾ ਹੈ ਸਭ ਕੁਝ ਖਾਣ ਪੀਣ ਨੂੰ ਦੇ ਜਾਂਦੇ ਸਨ। ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਈ। ਉਹ ਬੜਾ ਹੈਰਾਨ ਹੋਇਆ। ਉਹ ਵਾਪਸ ਗੁਰੂ ਮਹਾਰਾਜ ਕੋਲੇ ਚਲੇ ਗਏ। ਹਾਂ, ਕਹਿੰਦੇ ਆ ਵੀ ਸਾਰੇ ਮਰ ਮੁਰ ਗਏ? ਕਹਿੰਦੇ ਨਹੀਂ ਜੀ, ਉਹ ਤਾਂ ਪਹਿਲਾਂ ਨਾਲੋਂ ਹੀ ਮੌਜ 'ਚ ਨੇ। ਕਹਿੰਦਾ ਅਸੀਂ ਤੈਨੂੰ ਕਿਹਾ ਸੀ ਨਾ, ਤੂੰ ਨਹੀਂ ਪਾਲਦਾ, ਤੇਰੇ ਪਰਿਵਾਰ ਨੂੰ ਪਰਮਾਤਮਾ ਨੇ ਪਾਲਣਾ, ਤੂੰ ਕਿਉਂ ਚਿੰਤਾ ਕਰਦਾ? ਤੂੰ ਆਪਣਾ ਭਜਨ ਬੰਦਗੀ ਕਰੀ ਜਾ, ਜਿਹੜੀ ਤੇਰੀ ਡਿਊਟੀ ਹੈ ਤੂੰ ਕਰੀ ਜਾ। ਪਰਮਾਤਮਾ ਹੀ ਸਭ ਨੂੰ ਪੈਦਾ ਕਰਦਾ, ਪਰਮਾਤਮਾ ਹੀ ਪਾਲਦਾ ਹੈ। ਸਿਰਫ ਇੰਨਾ ਕੋਈ ਕਿਸੇ ਰਾਹੀਂ ਪਾਲਦਾ। ਬਸ ਇਹ ਗੱਲ ਯਾਦ ਰੱਖਣੀ, ਪਰਮਾਤਮਾ ਸਿੱਧਾ ਨਹੀਂ ਪਾਲਦਾ। ਉਹ ਉੱਤੋਂ ਕੋਈ ਦਾਣੇ ਨਹੀਂ ਸੁੱਟੇਗਾ, ਉੱਤੋਂ ਕੋਈ ਰੋਟੀ ਨਹੀਂ ਉਹਨੇ ਸੁੱਟਣੀ, ਉੱਤੋਂ ਕੋਈ ਮਾਇਆ ਨਹੀਂ ਸੁੱਟਣੀ। ਉਹਨੇ ਤਾਂ ਵਿਧ ਬਣਾਉਣੀ ਹੈ, ਉਹਨੇ ਤਾਂ ਇੱਕ ਢੰਗ ਤਰੀਕਾ ਵਰਤਣਾ। ਜੇ ਉਹਨੇ ਸੇਵਾ ਕਰਾਉਣੀ, ਕਿਸੇ ਤੋਂ ਹੀ ਤੁਹਾਡੀ ਸੇਵਾ ਕਰਾਏਗਾ। ਜੇ ਤੁਹਾਡੀ ਸਹਾਇਤਾ ਕਰਾਉਣੀ ਮਾਇਆ ਨਾਲ, ਕਿਸੇ ਤੋਂ ਆਪੇ ਕਰਵਾ ਦੇਗਾ। ਨੇਪਾਲ ਦਾ ਇੱਕ ਭਈਆ ਕਦੇ ਕਦੇ ਮੈਨੂੰ ਮਿਲਣ ਆ ਜਾਂਦੇ, ਇੱਥੇ ਜਦੋਂ 2 ਮਹੀਨੇ ਬੰਦ ਰਿਹਾ, ਇੱਕ ਦਿਨ ਬੈਠ ਕੇ ਗੱਲਾਂ ਬਾਤਾਂ ਕਰ। ਮੈਂ ਭਾਈ ਤੂੰ ਕਿੱਥੋਂ ਆਉਂਦਾ? ਕਹੀ ਮੈਂ ਨੇਪਾਲ ਦਾ। ਮੈਂ ਤੂੰ ਨਹੀਂ ਗਿਆ? ਕਹਿੰਦੇ ਪੰਜਾਬ ਦੇ ਵਿੱਚੋਂ ਜਾਣ ਦੀ ਕੀ ਲੋੜ ਹੈ ਜੀ? ਕਹਿੰਦਾ ਪਹਿਲਾਂ ਮੈਂ ਆਪ ਰੋਟੀਆਂ ਪਕਾ ਕੇ ਖਾਂਦਾ ਸੀ, ਹੁਣ ਕਹਿੰਦਾ ਸਰਦਾਰ ਹੁੰਦੇ ਨੇ ਦੁਪਹਿਰੇ ਵੀ 4 ਰੋਟੀਆਂ ਦਾਲ ਸਬਜ਼ੀ ਦਿੰਦੇ, ਰਾਤ ਨੂੰ ਵੀ 4 ਰੋਟੀਆਂ ਅਤੇ ਦਾਲ ਸਬਜ਼ੀ ਆ ਕੇ ਦਿੰਦੇ। ਹੁਣ ਪੱਕੀ ਪਕਾਈ ਮਿਲਦੀ ਹੈ। ਪਹਿਲਾਂ ਮੈਂ ਦਿਹਾੜੀ ਕਰਦਾ ਸੀ, ਪਕਾਉਂਦਾ ਸੀ, ਹੁਣ ਮੈਂ ਦਿਹਾੜੀ ਵੀ ਕੋਈ ਨਹੀਂ ਕਰਦਾ ਅਤੇ ਪੱਕੀ ਪਕਾਈ 2 ਟਾਈਮ ਦੀ ਮਿਲਦੀ ਹੈ। ਇਸ ਲਈ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਪੰਜਾਬ 'ਚ ਰਹਿਣਾ, ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਇੱਥੇ ਕੋਈ ਭੁੱਖਾ ਨਹੀਂ ਮਰਦਾ। ਬਹੁਤੀ ਭੁੱਖ ਲੱਗੇ ਕਿਸੇ ਵੀ ਗੁਰਦੁਆਰੇ ਚਲੇ ਜਾਓ, ਉੱਥੇ ਤੁਹਾਨੂੰ ਕੁਛ ਮਿਲੇਗਾ। ਗੁਰਦੁਆਰੇ ਲੰਗਰ ਚੱਲਦੇ ਹੀ ਰਹਿੰਦੇ ਨੇ। ਤੁਹਾਨੂੰ ਭੁੱਖ ਲੱਗੇ ਗੁਰਦੁਆਰੇ ਚਲੇ ਜਾਓ, 2 ਟਾਈਮ ਉੱਥੇ ਜਾ ਕੇ ਲੰਗਰ ਛਕ ਕੇ। ਹੁਣ ਤਾਂ ਕਹਿੰਦੇ ਸੰਗਤ ਹੀ ਆ ਜਾਂਦੇ ਸਾਨੂੰ ਪੱਕੀਆਂ ਪਕਾਈਆਂ ਦੇਣ ਨੂੰ। ਸੋ ਇਸ ਲਈ ਉਹ ਘਰਦਿਆਂ ਨੂੰ ਕਹਿੰਦਾ ਵੀ ਤੁਸੀਂ ਮੇਰੀ ਚਿੰਤਾ ਨਾ ਕਰੋ, ਮੈਂ ਤਾਂ ਠੀਕ ਠਾਕ ਹਾਂ, ਸਭ ਕੁਛ ਮੈਨੂੰ ਮਿਲ ਰਿਹਾ ਹੈ। ਪਰਮਾਤਮਾ ਪਾਲਦਾ ਜੇ ਵਿਸ਼ਵਾਸ ਹੋਵੇ। ਉਹਨੂੰ ਵਿਸ਼ਵਾਸ ਹੈ, ਉਹਨੂੰ ਗੁਰਦੁਆਰੇ 'ਤੇ ਅੱਜ ਤੋਂ 15 ਸਾਲ ਪਹਿਲਾਂ ਵਿਸ਼ਵਾਸ ਹੋ ਗਿਆ ਸੀ। ਜਦੋਂ ਮੇਰਾ ਵਿਸ਼ਵਾਸ ਹੈ ਕਿ ਜਿਹੜਾ ਗੁਰਦੁਆਰੇ ਹੁੰਦਾ ਉਹ ਭੁੱਖਾ ਨਹੀਂ ਮਰ ਸਕਦਾ। ਹਾਲਾਂਕਿ ਆਪ ਹਿੰਦੂ ਨੇ, ਉਹ ਕਿ ਨਾ ਉਹ ਭੁੱਖਾ ਨਹੀਂ ਮਰ ਸਕਦਾ। ਗੁਰਦੁਆਰੇ 'ਚ ਹਮੇਸ਼ਾ ਲੰਗਰ ਚੱਲਦਾ ਰਹਿੰਦਾ, ਜਦੋਂ ਮਰਜ਼ੀ ਜਾ ਕੇ ਖਾਓ। ਰੋਟੀ ਖਾਣੀ ਰੋਟੀ ਖਾਓ, ਚਾਹ ਪੀਣੀ ਚਾਹ ਪੀਓ, ਉਹ ਤਾਂ ਨਾ ਕਰਦੇ ਹੀ ਨਹੀਂ ਹੈਗੇ। ਕਿਸੇ ਵੇਲੇ ਵੀ ਚਲੇ ਜਾਓ। ਮੈਂ ਕਹਿੰਦਾ ਕਈ ਵਾਰੀ ਵੇਲੇ ਕੁ ਵੇਲੇ ਜਾ ਕੇ ਉੱਥੇ ਚੱਲ ਹੀ ਰਿਹਾ ਹੁੰਦਾ ਲੰਗਰ। ਇਸ ਲਈ ਇਹ ਤਾਂ ਕੁਝ ਲੋਕ ਬਹੁਤ ਜ਼ਿਆਦਾ ਕਾਹਲੇ ਪੈ ਗਏ ਅਤੇ ਪਰਮਾਤਮਾ 'ਤੇ ਵਿਸ਼ਵਾਸ ਨਾ ਹੋਣ ਕਾਰਨ ਭਟਕਣਾ ਸ਼ੁਰੂ ਕਰ ਦਿੱਤਾ। ਵਿਚਾਰੇ ਧੋਰੀ ਨਹੀਂ ਪਹੁੰਚੇ, ਰਾਹ 'ਚ ਹੀ ਕਈ ਮਰ ਮੁਰ ਗਏ। ਜੇ ਮਰਨਾ ਹੀ ਸੀ ਤਾਂ ਫਿਰ ਇੱਥੇ ਵੀ ਰਹਿ ਕੇ ਮਰ ਲੈਂਦੇ। ਪਰ ਉਹ ਉਸ ਤਰ੍ਹਾਂ ਕੁਛ ਲਿਖਿਆ ਹੋਇਆ ਸੀ ਉਹਨਾਂ ਦਾ। ਇਸ ਲਈ ਗੱਲ ਤਾਂ ਵਿਸ਼ਵਾਸ ਦੀ ਹੈ। ਵਿਸ਼ਵਾਸ ਬੱਝਣਾ ਹੀ ਔਖਾ ਹੈ। ਜਿਵੇਂ ਉਸ ਭਾਈ ਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਮੇਰੀ ਗੈਰਾਂ ਜੀ ਮੇਰੇ ਬੱਚਿਆਂ ਨੂੰ ਪਰਮਾਤਮਾ ਪਾਲੇਗਾ। ਉਹਨੂੰ 6 ਮਹੀਨੇ ਚਿੰਤਾ ਹੀ ਰਹੀ, ਪਰ ਪਰਮਾਤਮਾ ਦੇ ਬੱਚਿਆਂ ਨੂੰ ਪਾਲਦਾ ਰਿਹਾ। ਇਸ ਲਈ ਜਿਹੜਾ ਵਿਸ਼ਵਾਸ ਹੈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਗੁਰੂ ਮੈਂ ਕਹਿੰਦੇ ਅਸੀਂ ਪਰਮਾਤਮਾ ਦਾ ਜਿਹੜਾ ਵਿਸ਼ਵਾਸ ਹੈ ਨਾ, ਉਹ ਗੁਰੂ ਰਾਹੀਂ ਪ੍ਰਾਪਤ ਕੀਤਾ। ਸਤ ਬਚਨ ਸਾਧੂ ਉਪਦੇਸ਼। ਸਾਧੂ ਦੇ ਗੁਰੂ ਦੇ ਜਿਹੜੇ ਬਚਨ ਨੇ ਨਾ, ਜਿਹੜਾ ਉਪਦੇਸ਼ ਹੈ, ਉਹ ਸਤ ਹੁੰਦਾ। ਸਾਧੂ ਦਾ ਬੋਲਿਆ ਸਤ ਹੁੰਦਾ। ਸਾਧੂ ਦੇ ਬਚਨ ਨਹੀਂ ਟਲਿਆ ਕਰਦੇ। ਜੋ ਕਹਿਤਾ ਕਹਿਤਾ। ਦਰਵਾਸ਼ਾ ਰਿਸ਼ੀ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁੰਭ ਨੂੰ ਕਹਿਤਾ, ਤੇਰੇ ਪੇਟ 'ਚ ਉਹ ਪੈਦਾ ਹੋਵੇਗਾ ਜਿਹੜਾ ਸਾਰੀ ਕੁਲ ਦਾ ਨਾਸ ਕਰੇਗਾ। ਹੋ ਗਿਆ।
साधु ने बचन करते हो गया। साधु हैं बाबा अटल राय जी, 6वें पातशाह ਦੇ ਸੁਪੁੱਤਰ ਅਟਲ ਰਾਏ ਜੀ, ਜਿਨ੍ਹਾਂ ਦੇ 9 ਮੰਜ਼ਲੀ ਬਣ ਕੇ 9 ਸਾਲ ਦੇ ਸਨ ਉਦੋਂ ਜਦੋਂ ਸਰੀਰ ਤਿਆਗੇ। ਇਸੇ ਅਟਲ ਸਾਹਿਬ ਗੁਰਦੁਆਰਾ 9 ਮੰਜ਼ਲਾ ਬਣਾਇਆ ਹੋਇਆ ਹੈ। ਉਹਨਾਂ ਦਾ ਦੋਸਤ ਮਰ ਗਿਆ ਹੈ, ਮੋਹਨ ਨਾਮ ਉਹਦਾ। ਉਹ ਖੇਡਣ ਦਾ ਵੇਲਾ ਦੋਨੋਂ ਖਿੱਦੋ ਖੂੰਡੀ ਖੇਡਿਆ ਕਰਦੇ ਸਨ। ਅਟਲ ਰਾਏ ਜੀ ਸੱਦਣ ਗਏ ਨੇ, ਅੱਗੋਂ ਮਾਂ ਰੋ ਰਹੀ ਹੈ। ਕਹਿੰਦੇ ਮਾਤਾ ਤੁਸੀਂ ਕਿਉਂ ਰੋ ਰਹੇ ਹੋ? ਕਹਿੰਦੇ ਤੇਰਾ ਦੋਸਤ ਮਰ ਗਿਆ ਹੈ। ਉਹਨਾਂ ਦੇ ਮੂੰਹ ਸਹਿ ਸੁਭਾਅ ਨਿਕਲ, ਨਹੀਂ ਮਾਤਾ ਜੀ ਇਹਨੇ ਨਾ ਮੇਰੀ ਬਾਜੀ ਦੇਣੀ ਸੀ, ਇਹ ਜਾਣ ਬੁੱਝ ਕੇ ਚਾਦਰ ਲੈ ਕੇ ਪਿਆ ਵੀ ਬਾਜੀ ਨਾ ਦੇਣੀ ਪਵੇ। ਉਹਨੇ ਆਪਣੀ ਖੂੰਡੀ ਉਹਦੇ ਗਲ 'ਚ ਪਾਈ ਕਿ ਕਿੱਦੋਂ ਖੂੰਡੀ ਖੇਡਦੇ, ਖੂੰਡੀ ਕੋਲ ਸੀ। ਬਾਬਾ ਅਟਲ ਰਾਏ ਖੂੰਡੀ ਮੋਹਣ ਦੇ ਗਲ 'ਚ ਪੈ ਗਿਆ, ਚੱਲ ਚੱਲ ਉੱਠ। ਜਾਣ ਬੁੱਝ ਕੇ ਇੱਥੇ ਲੇਟਿਆ ਹੋਇਆ, ਉੱਠ ਖੜਾ ਹੋਇਆ। ਉਹ ਹੱਕੇ ਬੱਕੇ ਲੋਕ ਰਹਿ ਗਏ, ਉੱਠ ਖੜਾ ਹੋਇਆ। ਇਸ ਲਈ ਸਾਧੂ ਦੇ ਬਚਨ ਨੇ ਚੱਲ ਚੱਲ ਉੱਠ, ਐਵੇਂ ਪਿਆ ਇੱਥੇ, ਉੱਠ ਖੜਾ। ਕਿਉਂ? ਪਿਛਲੇ ਜਨਮਾਂ ਦੀ ਪਤਾ ਨਹੀਂ ਕਿੰਨੀ ਕੁ ਕਮਾਈ ਹੋਏਗੀ ਕਿ ਜੋ ਬੋਲਤਾ ਉਹ ਸੱਚ ਹੋ ਗਿਆ, ਜੋ ਬੋਲ ਦਿੱਤਾ ਉਹ ਸੱਚ ਹੋ ਗਿਆ। ਸੱਤ ਬਚਨ ਸਾਧੂ ਦੇ ਜਿਹੜੇ ਬਚਨ ਨੇ ਇਹ ਸੱਤ ਹੁੰਦੇ। ਉਪਦੇਸ਼ ਸਾਧੂ ਜਿਹੜਾ ਉਪਦੇਸ਼ ਕਰਦੇ ਵੀ ਸੱਤ ਹੁੰਦੇ। ਸਾਧੂ ਜਾਂ ਗੁਰੂ ਜੋ ਬਚਨ ਕਰਨ, ਜੋ ਉਪਦੇਸ਼ ਦਿੰਦੇ ਨੇ ਉਹ ਸੱਤ ਹੁੰਦੇ। ਆ ਬਾਣੀ ਸੱਤ ਹੈ। ਗੁਰੂ ਜੀ ਮਹਾਰਾਜ ਦਾ ਉਪਦੇਸ਼ ਹਨ, ਭਗਤਾਂ ਦਾ ਉਪਦੇਸ਼ ਨੇ, ਭਗਤਾਂ ਦੇ ਬੋਲ ਨੇ ਨਾ, ਬਚਨ ਨੇ, ਗੁਰੂ ਮਹਾਰਾਜ ਦੇ ਬਚਨ ਨੇ, ਇਹ ਸੱਤ ਨੇ। ਬਸ ਵਿਸ਼ਵਾਸ ਲਿਆਉਣਾ, ਸਿਰਫ ਵਿਸ਼ਵਾਸ ਲਿਆਉਣਾ ਕਿ ਜੋ ਬਾਣੀ 'ਚ ਲਿਖਿਆ ਸੱਤ ਲਿਖਿਆ, ਇਹ ਵਿਸ਼ਵਾਸ ਲਿਆਉਣਾ। ਰੋਜ਼ ਕਹੋ ਆਪਣੇ ਮਨ ਨੂੰ, ਬਾਣੀ 'ਚ ਜੋ ਲਿਖਿਆ ਸੱਤ ਲਿਖਿਆ ਅਤੇ ਜੋ ਲਿਖਿਆ ਮੇਰੇ ਭਲੇ ਲਈ ਲਿਖਿਆ। ਬਾਣੀ 'ਚ ਜੋ ਲਿਖਿਆ ਸੱਤ ਲਿਖਿਆ ਅਤੇ ਜੋ ਲਿਖਿਆ ਮੇਰੇ ਭਲੇ ਲਈ ਲਿਖਿਆ ਹੈ। ਇਹ ਜਦੋਂ ਦੋ ਗੱਲਾਂ ਦ੍ਰਿੜ ਹੋ ਜਾਣਗੀਆਂ ਫਿਰ ਬੰਦਾ ਬਾਣੀ ਪੜ੍ਹਦਾ ਰਹੇਗਾ। ਬਾਣੀ 'ਚ ਜੋ ਲਿਖਿਆ ਉਹ ਮੇਰੇ ਭਲੇ ਲਈ ਹੈ, ਫਿਰ ਬਾਣੀ ਦੇ ਅਨੁਸਾਰ ਬੰਦਾ ਜੀਵਨ ਜਮੇਗਾ, ਆਪੇ ਹੀ ਭਲਾ ਹੋ ਜਾਏਗਾ। ਗੁਰੂ ਮਹਾਰਾਜ ਕਿਹੜਾ ਕੋਈ ਸਾਡੇ ਤੋਂ ਗਲਤ ਕੰਮ ਕਰਾਉਣਾ, ਸਗੋਂ ਅਸੀਂ ਗਲਤ ਕਰਦੇ ਹਾਂ, ਸਾਨੂੰ ਸਿੱਧੇ ਰਾਹ ਬਾਣੀ ਪਾਉਂਦੀ ਹੈ। ਸੋ ਸਾਧੂ ਦੇ ਬਚਨ ਸੱਤ ਹੁੰਦੇ, ਸਾਧੂ ਦਾ ਉਪਦੇਸ਼ ਵੀ ਸੱਤ ਹੁੰਦਾ। ਸਤ ਤੇ ਜਨ, ਤੇ ਮੈਨੇ ਉਹ ਜਨ, ਉਹ ਪਰਮਾਤਮਾ ਦੇ ਭਗਤ, ਉਹ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਣ ਵਾਲੇ ਹਨ, ਉਹ ਜਨ, ਉਹ ਵੀ ਸੱਤ। ਕਿਉਂਕਿ ਸੱਤ ਨੂੰ ਮੰਨਣ ਵਾਲੇ ਨੇ ਇਸ ਲਈ ਉਹ ਵੀ ਸੱਤ। ਕੂੜ ਨੂੰ ਮੰਨਣ ਵਾਲਾ ਕੂੜ ਅਤੇ ਸੱਤ ਨੂੰ ਮੰਨਣ ਵਾਲਾ ਸੱਤ, ਉਹ ਵੀ ਸੱਤ। ਸੱਤ ਤੇ ਜਨ, ਉਹ ਜਨ ਸੱਤ ਹਨ, ਜਾ ਕੈ ਹਿਰਦੈ ਪ੍ਰਵੇਸ਼, ਜਿਸ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼, ਗੁਰੂ ਦੇ ਬਚਨ ਪ੍ਰਵੇਸ਼ ਕਰ ਜਾਣ। ਹਿਰਦੇ ਦੇ ਵਿੱਚ ਪ੍ਰਵੇਸ਼ ਕਰ ਜਾਣ, ਉਹ ਜਿਹੜੇ ਜਨ ਨੇ ਉਹ ਸੱਤ ਹੋ ਜਾਂਦੇ। ਜਿਨ੍ਹਾਂ ਜਨਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼, ਗੁਰੂ ਦੇ ਬਚਨ ਪ੍ਰਵੇਸ਼ ਕਰ ਜਾਣ, ਉਹ ਜਨ ਵੀ ਸੱਤ ਹੋ ਜਾਂਦੇ ਨੇ। ਜਦੋਂ ਬਾਣੀ ਸਾਡੇ ਹਿਰਦੇ 'ਚ ਵਸ ਜਾਏਗੀ, ਅਜੇ ਤਾਂ ਵਸਦੀ ਨਹੀਂ ਨਾ, ਅਜੇ ਤਾਂ ਵਸਦੀ ਨਹੀਂ ਹੈ, ਕਿਉਂਕਿ ਬਹੁਤ ਸਾਰੀ ਦੁਨੀਆ ਸਿਰ ਕੁਰਲੀਆਂ ਕਰਦੀ ਹੈ। ਆਪਾਂ ਪਾਣੀ, ਮਿੱਠਾ ਪਾਣੀ ਪੀਵਾਂਗੇ ਤਾਂ ਪਾਣੀ ਪੀਵਾਂਗਾ ਤਾਂ ਹੀ ਮੇਰੀ ਪਿਆਸ ਬੁਝੇਗੀ, ਨਿਰਾ ਕੁਰਲੀਆਂ ਕਰਨ ਨਾਲ ਪਿਆਸ ਨਹੀਂ ਬੁਝਦੀ। ਬਾਣੀ ਹਿਰਦੇ 'ਚ ਜਾ ਕੇ ਵਸੇਗੀ ਤਾਂ ਹੀ ਆਪਣਾ ਅਸਰ ਕਰੇਗੀ। ਅਤੇ ਬਾਣੀ ਜੇ ਮੂੰਹ ਤੱਕ ਹੀ ਰਹਿ ਗਈ ਹੈ, ਹਿਰਦੇ 'ਚ ਉਦੋਂ ਵਸਦੀ ਜਦੋਂ ਮਨ ਵੀ ਹਾਜ਼ਰ ਹੋਵੇ। ਜਦੋਂ ਬਾਣੀ ਪੜ੍ਹਨ ਵੇਲੇ ਮਨ ਹਾਜ਼ਰ ਹੋਵੇ ਅਤੇ ਇਹਦਾ ਮਤਲਬ ਇੱਕ ਇੱਕ ਲਾਈਨ ਹਿਰਦੇ 'ਚ ਵਸ ਰਹੀ ਹੈ। ਜੇ ਮਨ ਭਾਈ ਸਮੋਸੇ ਖਾ ਰਿਹਾ, ਮਨ ਕਿਤੇ ਵਿਆਹ ਸ਼ਾਦੀ ਲਈ ਕੱਪੜੇ ਖਰੀਦ ਰਿਹਾ, ਮਨ ਕਿਤੇ ਹੋਰ ਕੁਛ ਕਰ ਰਿਹਾ ਹੈ, ਫਿਰ ਐਂ ਸਮਝੋ ਇਹ ਕੁਰਲੀਆਂ ਹੋ ਰਹੀਆਂ ਨੇ। ਹਾਂ, ਬੁੱਲ੍ਹ ਤਾਂ ਜ਼ਰੂਰ ਗਿੱਲੇ ਹੋ ਜਾਣੇ ਪਰ ਪਿਆਸ ਨਹੀਂ ਲੱਥੇਗੀ।
ਸੋ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਉਹ ਜਨ ਸਤ ਹਨ ਜਿਨ੍ਹਾਂ ਦੇ ਹਿਰਦੇ 'ਚ ਇਹ ਪਰਮਾਤਮਾ ਦਾ, ਗੁਰੂ ਦਾ ਉਪਦੇਸ਼, ਗੁਰੂ ਦੇ ਬਚਨ ਬਸ ਗਏ। ਸਤ ਨਿਰਤ ਬੂਝੈ ਜੇ ਕੋਈ। ਸਤ ਹੁੰਦਾ ਸਦਾ ਰਹਿਣ ਵਾਲਾ, ਨਿਰਤ ਹੁੰਦਾ ਅਸਤ ਜਿਹੜਾ ਸਦਾ ਨਾ ਰਹੇ। ਸਤ ਨਿਰਤ, ਸਤ ਤੇ ਅਸਤ ਦਾ ਜੋ ਫਰਕ ਹੈ, ਜੇ ਕਿਸੇ ਨੂੰ ਇਹ ਸਮਝ ਆ ਜਾਏ ਵੀ ਸਤ ਕੀ ਹੈ, ਅਸਤ ਕੀ ਹੈ। ਸਤ ਸਿਰਫ ਪਰਮਾਤਮਾ ਹੈ, ਬਾਕੀ ਸਭ ਕੁਛ ਅਸਤ ਹੈ। ਤੇ ਮਨੁੱਖ 99.99% ਮਨੁੱਖ ਜਿਹੜੇ ਅਸਤ ਨਾਲ ਜੁੜੇ ਹੋਏ ਨੇ। ਸੱਤ ਨਾਲ ਤਾਂ ਕੋਈ 0.001 ਕੋਈ ਹੋਵੇਗਾ। ਸੱਤ ਨਾਲ ਕੋਈ ਵਿਰਲਾ ਟਾਵਾਂ ਜੁੜਦਾ, ਅਸਤ ਨਾਲ ਸਾਰੇ ਜੁੜੇ ਹੋਏ ਨੇ। ਅਸੀਂ ਆਪਣਾ ਸਾਰਾ ਸਮਾਂ, ਆਪਣਾ ਧਨ ਅਸਤ ਚੀਜ਼ਾਂ 'ਤੇ ਲਾਉਂਦੇ ਹਾਂ। ਜੋ ਸਤ ਹੈ, ਜੋ ਸਦਾ ਰਹਿਣੇ, ਜੋ ਸਾਡੇ ਨਾਲ ਜਾਣੇ, ਜਿਹਨੇ ਸਾਡੀ ਸਹਾਇਤਾ ਕਰਨੀ, ਜਿਹਨੇ ਸਾਨੂੰ ਸੁੱਖ ਦੇਣੇ ਨੇ, ਉਹ ਜਿਹੜਾ ਹੈ ਅਸੀਂ ਉੱਧਰ ਧਿਆਨ ਹੀ ਨਹੀਂ ਦਿੰਦੇ। ਜਦੋਂ ਸਤ ਅਤੇ ਅਸਤ ਦੀ ਕਿਸੇ ਨੂੰ ਸੋਝੀ ਹੋ ਜਾਏਗੀ, ਫਿਰ ਕਰੇਗਾ ਕੀ? ਨਾਮ ਜਪਤ। ਫਿਰ ਨਾਮ ਜਪੇਗਾ। ਫਿਰ ਨਾਮ ਜਪ ਕੇ ਕੀ ਹੋਏਗਾ? ਨਾਮ ਜਪਤ ਤਾਂ ਕਿ ਗਤ ਹੋਏ। ਨਾਮ ਜਪ ਜਪ ਕੇ ਉਸਦੀ ਗਤੀ ਹੋ ਜਾਏਗੀ, ਉਹ ਜੀਵਨ ਮਰਨ ਤੋਂ ਮੁਕਤ ਹੋ ਜਾਏਗਾ। ਜਦੋਂ ਜੀਵ ਆਤਮਾ ਮੁਕਤ ਹੋ ਜਾਂਦੀ ਹੈ, ਫਿਰ ਇਹ ਪਰਮਾਤਮਾ ਵਿੱਚ ਜਾ ਕੇ ਰਲਦੀ ਹੈ। ਜਿੰਨਾ ਚਿਰ ਕਿਸੇ ਕੰਮ ਦੇ ਬੰਧਨ 'ਚ ਹੈ, ਇਹ ਮੁਕਤ ਨਹੀਂ ਹੈ। ਇਹ ਤਾਂ ਰੱਬ ਨਾਲ ਮੇਲ ਨਹੀਂ ਹੁੰਦਾ। ਰੱਬ ਨਾਲ ਮੇਲ ਸਾਡਾ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਅਸਤ ਨੂੰ ਛੱਡ ਕੇ ਆਪਣਾ ਸਾਰਾ ਧਿਆਨ ਸਤ ਵੱਲ ਦਿੱਤਾ। ਅਤੇ ਜੇ ਸਤ ਵੱਲ ਧਿਆਨ ਦਿੱਤਾ, ਫਿਰ ਵੱਧ ਤੋਂ ਵੱਧ ਨਾਮ ਜਪਿਆ। ਅਤੇ ਜਦੋਂ ਨਾਮ ਜਪਦੇ ਰਹੇ, ਜਪਦੇ ਰਹੇ, ਜਪਦੇ ਰਹੇ, ਮਰਨ ਤੱਕ ਜਪਦੇ ਰਹੇ, ਤਾਂ ਫਿਰ ਇੱਕ ਦਿਨ ਅਸੀਂ ਜਿਹੜਾ ਹੈ ਸਾਡੀ ਮੁਕਤੀ ਹੋ ਜਾਏਗੀ। ਉਹਨੂੰ ਕਹਿੰਦੇ ਗਤੀ। ਅਸੀਂ ਮੁਕਤ ਹੋ ਜਾਵਾਂਗੇ, ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ, ਸਾਰੇ ਕਰਮਾਂ ਤੋਂ ਮੁਕਤ ਹੋ ਜਾਵਾਂਗੇ। ਅਤੇ ਮੁਕਤ ਹੋਈ ਹੋਈ ਆਤਮਾ ਹੀ ਫਿਰ ਪਰਮਾਤਮਾ ਨਾਲ ਜਾ ਕੇ ਮਿਲਦੀ ਹੈ। ਇਸ ਲਈ ਕਹਿੰਦੇ ਸਤ ਨਿਰਤ ਬੂਝੈ ਜੇ ਕੋਇ। ਜੇ ਕਿਸੇ ਨੂੰ ਸਤ ਕੀ ਹੈ, ਅਸਤ ਕੀ ਹੈ, ਇਹਦਾ ਗਿਆਨ ਹੋ ਜਾਏ ਨਾ, ਫਿਰ ਉਹ ਨਾਮ ਜਪ ਜਪ ਕੇ ਮੁਕਤ ਹੋ ਜਾਂਦਾ। ਆਪ ਸਤ ਕੀਆ ਸਭ ਸਤ। ਪਰਮਾਤਮਾ ਆਪ ਸਤ ਹੈ। ਜੋ ਉਸਨੇ ਕੀਤਾ ਉਹ ਵੀ ਸਤ ਹੈ, ਜੋ ਕੁਝ ਵੀ ਕੀਤਾ ਉਸ ਨੂੰ ਵੀ ਸਤ, ਕਿਉਂਕਿ ਸਤ ਤੋਂ ਤਾਂ ਫਿਰ ਸਤ ਹੀ ਪੈਦਾ ਹੋਏਗਾ ਨਾ। ਸਤ ਤੋਂ ਸਤ ਹੀ ਪੈਦਾ ਹੋਏਗਾ। ਪਰਮਾਤਮਾ ਆਪ ਸਤ ਹੈ। ਜੋ ਉਸਨੇ ਬਣਾਇਆ ਹੈ ਉਹ ਵੀ ਸਤ ਹੈ। ਆਪੇ ਜਾਣੈ ਆਪਣੀ ਮਿਤ ਗਤ। ਮਿਤ ਹੁੰਦਾ ਹੱਦ, ਸੀਮਾ ਜਿਹਨੂੰ ਕਹਿੰਦੇ। ਪਰਮਾਤਮਾ ਆਪਣੇ ਹੱਦ ਬੰਨੇ ਨੂੰ ਆਪ ਜਾਣਦਾ ਹੈ। ਗਤ ਹੁੰਦੀ ਹੈ ਅੰਦਰਲੀ ਅਵਸਥਾ। ਪਰਮਾਤਮਾ ਆਪਣੀ ਅੰਦਰਲੀ ਅਵਸਥਾ ਨੂੰ ਆਪ ਜਾਣਦਾ। ਅਸੀਂ ਪਰਮਾਤਮਾ ਬਾਰੇ ਨਹੀਂ ਜਾਣ ਸਕਦੇ। ਅਸੀਂ ਪਰਮਾਤਮਾ ਬਾਰੇ ਓਨਾ ਹੀ ਜਾਣ ਸਕਦੇ ਜਿੰਨਾ ਪਰਮਾਤਮਾ ਸਾਨੂੰ ਆਪਣੇ ਬਾਰੇ ਗਿਆਨ ਦਿੰਦਾ ਹੈ। ਅਸੀਂ ਸਿਰਫ ਓਨਾ ਹੀ ਜਾਣ ਸਕਦੇ ਹਾਂ। ਸੋ ਉਹਦੀ ਗਤੀ ਨੂੰ, ਪਰਮਾਤਮਾ ਦੀ ਅਵਸਥਾ ਨੂੰ ਪਰਮਾਤਮਾ ਹੀ ਜਾਣਦਾ ਹੈ। ਉਹਦੀ ਅਵਸਥਾ ਕਿੱਥੋਂ ਤੱਕ ਹੈ, ਉਹਦੀ ਮਿੱਤ ਕਿੰਨੀ ਹੈ, ਇਹ ਉਹੀ ਜਾਣਦਾ ਹੈ। ਜਿਸ ਕੀ ਸ੍ਰਿਸ਼ਟ, ਹਿੰਦੀ ਦਾ ਸ਼ਬਦ ਹੈ ਸ੍ਰਿਸ਼ਟੀ, ਆਪਣੀ ਪੰਜਾਬੀ ਜਾ ਕੇ ਦੁਨੀਆ। ਹਾਲਾਂਕਿ ਦੁਨੀਆ ਫਾਰਸੀ ਦਾ ਸ਼ਬਦ ਹੈ। ਫਾਰਸੀ 'ਚ ਦੁਨੀਆ ਐਂ ਲਿਖਿਆ ਜਾਂਦਾ ਬਿਨਾਂ ਬਿੰਦੀ ਤੋਂ। ਕਿਉਂ? ਨੰਨੇ ਤੋਂ ਜਿਹੜਾ ਅਗਲਾ ਅੱਖਰ ਹੁੰਦਾ ਉਹ ਆਪਣੇ ਆਪ ਹੀ ਨਕਰਾ ਹੀ ਬੋਲਿਆ ਜਾਂਦਾ ਹੈ। ਨੰਨਾ ਅਨੁਨਾਸਿਕ ਅੱਖਰ ਹੈ। ਅਨੁਨਾਸਿਕ ਹੁੰਦਾ ਜਿਹੜਾ ਨੱਕ ਰਾਹੀਂ ਬੋਲਿਆ ਜਾਏ। ਗੰਗਾ, ñਈਆਂ, ਅਣਾਣਾ, ਨੰਨਾ, ਮੰਮਾ, ਇਹ ਪੰਜੇ ਅੱਖਰ ਨੱਕ ਰਾਹੀਂ ਬੋਲੇ ਜਾਂਦੇ। ਬਾਕੀ ਜਿਹੜੇ ਨੇ 30 ਅੱਖਰ ਉਹ ਮੂੰਹ ਰਾਹੀਂ ਬੋਲੇ ਜਾਂਦੇ। ਨੱਕ ਰਾਹੀਂ ਬੋਲੇ ਹੋਣ ਕਰਕੇ ਅੱਗੇ ਫਿਰ ਬਿੰਦੀ ਦਾ ਕੰਮ ਕਰਦੇ ਨੇ। ਫਿਰ ਅੱਗੇ ਬਿੰਦੀ ਦਾ ਕੰਮ ਕਰਦੇ ਨੇ।
ਇਸੇ ਤਰ੍ਹਾਂ ਹੀ ਇਹ ਜਿਹੜਾ ਸ੍ਰਿਸ਼ਟ ਹੈ, ਮੈਂ ਦੱਸ ਰਹੀ ਦੁਨੀਆ, ਪਹਿਲਾਂ ਮੈਗਜ਼ੀਨ ਨਿਕਲਿਆ ਕਰਦਾ ਸੀ, ਭਾਸ਼ਾ ਵਿਭਾਗ ਵਾਲੇ ਕੱਢਿਆ ਕਰਦੇ ਪੰਜਾਬੀ ਦੁਨੀਆ। ਹੁਣ ਤਾਂ ਮੈਨੂੰ ਪਤਾ ਨਹੀਂ ਉਹ ਨਿਕਲਦਾ ਕਿ ਨਹੀਂ ਨਿਕਲਦਾ। ਕਿੰਨਾ ਸਮਾਂ ਪੰਜਾਬੀ ਦੁਨੀਆ ਆੜੇ ਨੂੰ ਕੰਨਾ ਬਿੰਦੀ ਲਾ ਕੇ ਲਿਖਦੇ ਰਹੇ, ਕਿਉਂਕਿ ਆਪਾਂ ਦੁਨੀਆ ਬੋਲਦੇ ਹਾਂ। ਜਦੋਂ ਕਿਸੇ ਫਾਰਸੀ ਵਾਲੇ ਨੇ ਦੱਸਿਆ ਵੀ ਦੁਨੀਆ ਜਿਹੜਾ ਹੈ ਫਾਰਸੀ ਦਾ ਸ਼ਬਦ ਹੈ, ਹਾਂ ਹੁਣ ਪੰਜਾਬੀ ਦਾ ਬਣ ਗਿਆ ਇਹ, ਅਸਲੇ ਫਾਰਸੀ ਦਾ, ਅਤੇ ਫਾਰਸੀ ਦੇ ਵਿੱਚ ਆੜੇ ਨੂੰ ਕੰਨਾ ਬਿੰਦੀ ਉੱਥੇ ਨਹੀਂ ਲੱਗਾ ਹੋਇਆ, ਦੁਨੀਆ ਲਿਖੋ। ਪਰ ਕਿਉਂਕਿ ਨੰਨਾ ਵਿੱਚ ਆ ਗਿਆ ਇਸ ਲਈ ਬੋਲਿਆ ਜਾਏਗਾ ਦੁਨੀਆ, ਆਪੇ ਹੀ ਦੁਨੀਆ ਬੋਲਿਆ ਜਾਵੇਗਾ। ਜਿਵੇਂ ਗੁਣੀਆਂ ਆਪੇ ਹੀ ਆੜੇ ਨੂੰ ਕੰਨਾ ਬਿੰਦੀ ਬੋਲੀ ਜਾਵੇਗੀ। ਇਸ ਲਈ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਫਿਰ ਬਿੰਦੀ ਵਿੱਚ ਉੱਚੋਂ ਹਟਾਤੀ, ਪਰ ਲਿਖਿਆ ਪੰਜਾਬੀ ਦੁਨੀਆ। ਜਿਹੜਾ ਐਂ ਬੋਲਦਾ ਸੀ ਦੁਨੀਆ, ਗਿਆਨ ਨਹੀਂ ਹੈ ਕਿ ਵਿੱਚ ਨੰਨਾ ਆ ਗਿਆ ਅਤੇ ਨੱਕ ਰਹੀ ਬੋਲਣਾ, ਅਤੇ ਤੂੰ ਦੁਨੀਆ ਮੂਹਰੇ ਹੀ ਬੋਲਣਾ। ਦੁਨੀਆ ਜਦ ਨੱਕ ਰਹੀ ਨੰਨਾ ਬੋਲੋਗੇ ਨਾ, ਆਪੇ ਅੱਗੇ ਆ ਜਾਏਗਾ ਦੁਨੀਆ। ਇਸੇ ਤਰ੍ਹਾਂ ਜਿਸ ਕੀ ਸ੍ਰਿਸ਼ਟ, ਹਿੰਦੀ ਕਹਿੰਦੇ ਸ੍ਰਿਸ਼ਟੀ, ਇਸ ਲਈ ਟੈਂਕ ਨੂੰ ਸਿਹਾਰੀ ਲਾਈ ਹੋਈ। ਦੂਜਾ ਜਿਹੜਾ ਸੱਸਾ ਹੈ ਇਹਦੇ ਪੈਰ 'ਚ ਬਿੰਦੀ ਲਾਉਣੀ, ਸ੍ਰਿਸ਼ਟ। ਜਿਹੜੀ ਸੱਸੇ ਨੂੰ ਸਿਹਾਰੀ ਲੱਗੀ ਹੈ, ਇਹ ਜਿਹੜਾ ਪੈਰ 'ਚ ਰਾਰ ਨਾ, ਇਹਦੇ ਨਾਲ ਬੋਲੀ ਦੀ ਹੈ। ਜਿਸ ਅੱਖਰ ਦੇ ਹੇਠਾਂ ਰਾਰਾ ਲੱਗਾ ਹੋਵੇ ਉਸ ਅੱਖਰ ਨੂੰ ਸਿਹਾਰੀ ਜਾਂ ਲਾਂ ਜੋ ਕੁਛ ਵੀ ਲੱਗਾ ਹੈ ਉਹ ਉਸ ਅੱਖਰ ਨਾਲ ਨਹੀਂ ਬੋਲਿਆ ਜਾਂਦਾ। ਜਿਹੜਾ ਪੈਰ 'ਚ ਰਾਰਾ ਹੈ ਨਾ, ਉਹਦੇ ਨਾਲ ਬੋਲਿਆ ਜਾਂਦਾ। ਇਸ ਲਈ ਜੇ ਤੈਨੂੰ ਕਹੋ ਵੀ ਲਿਖੋ ਭਾਈ ਸ੍ਰਿਸ਼ਟੀ ਲਿਖੋ, ਤਾਂ ਤੁਸੀਂ ਲਿਖੋ ਸੱਸਾ, ਰਾਰੇ ਨੂੰ ਸਿਹਾਰੀ ਲਿਖੋਗੇ, ਇਹ ਸਿਰ ਸੱਟ ਨਹੀਂ ਲਿਖੋਗੇ ਤੁਸੀਂ। ਜੇ ਨਾ ਗਿਆਨ ਹੋਵੇ ਔਰ ਕਾ ਸੱਸੇ ਨੂੰ ਸਿਹਾਰੀ ਰਾਰਾ ਸਿਰ, ਸੱਸਾ ਟੈਗਾ ਸੱਟ ਸਿਰ ਸੱਟ, ਨਾ ਗਿਰਦਾ ਇਹੀ ਪੜ੍ਹੇਗਾ ਨਾ ਸਿਰ ਸੱਟ। ਫਿਰ ਟੀਚਰ ਨੂੰ ਦੱਸਦਾ ਭਾਈ ਪੈਰ 'ਚ ਜਿਹੜਾ ਰਾਰਾ ਲੱਗਣਾ, ਸੱਸੇ ਨੂੰ ਜਿਹੜੀ ਸਿਹਾਰੀ ਹੈ ਰਾਰੇ ਨਾਲ ਬੋਲੇਗੀ। ਫਿਰ ਉਹ ਕਿਹਾ ਸੱਸਾ ਰਾਰੇ ਨੂੰ ਸਿਹਾਰੀ, ਫਿਰ ਅੱਗੇ ਸੱਸਾ ਟੈਗਾ ਸ੍ਰਿਸ਼ਟ। ਫਿਰ ਪਤਾ ਲੱਗਦਾ ਵੀ ਹਾਂ। ਹੁਣ ਜਿਵੇਂ ਸ਼ਬਦ ਹੈ ਗ੍ਰੇ, ਗੱਗੇ ਦੇ ਪੈਰ 'ਚ ਰਾਰਾ, ਗੱਗੇ ਨੂੰ ਸਿਹਾਰੀ ਹਾਹਾ, ਉਹਨੂੰ ਔਂਕੜ ਹੈ ਹਾਹੇ ਨੂੰ, ਉਹ ਧਿਆਨ ਦੇਣਾ। ਗ੍ਰੇ, ਗੱਗੇ ਨੂੰ ਸਿਹਾਰੀ, ਪੈਰ 'ਚ ਰਾਰਾ, ਹਾਹੇ ਨੂੰ ਔਂਕੜ। ਹਾਹੇ ਨੂੰ ਔਂਕੜ ਇਸ ਲਈ ਹੈ ਵੀ ਜਿਹੜੇ ਗ੍ਰੇ ਘਰ ਹੈ ਇਹ ਪੁਲਿੰਗ ਹੈ ਅਤੇ ਇੱਕ ਵਚਨ। ਜਿਹੜਾ ਸ਼ਬਦ ਪੁਲਿੰਗ ਹੋਵੇ ਅਤੇ ਇੱਕ ਵਚਨ ਹੋਵੇ, ਉਹਦੇ ਹਾਹੇ ਨੂੰ ਮਗਰਲੇ ਅੱਖਰ ਨੂੰ ਔਂਕੜ ਲੱਗਾ ਹੁੰਦਾ, ਪਰ ਉਹ ਬੋਲੀ ਦਾ ਨਹੀਂ। ਇਹ ਉਹ ਗ੍ਰੇਹੋ ਨਹੀਂ ਬੋਲਣਾ। ਪਰ ਨਾ ਪਤਾ ਹੋਣ ਕਰਕੇ ਵੀ ਗੱਗੇ ਨੂੰ ਜਿਹੜੀ ਸਿਹਾਰੀ ਲੱਗੀ ਹੈ ਇਹ ਤਾਂ ਰਾਰੇ ਨਾਲ ਬੋਲਣੀ ਹੈ, ਅਤੇ ਜੇ ਰਾਰੇ ਨਾਲ ਬੋਲਾਂਗੇ ਤਾਂ ਫਿਰ ਗੱਗਾ ਰਾਰੇ ਨੂੰ ਸਿਹਾਰੀ ਹਾਹਾ ਬਣ ਗਿਆ ਗ੍ਰੇ, ਬਣ ਗਿਆ ਨਾ ਗ੍ਰੇ। ਪਰ 99.99% ਪਾਠੀ ਨੂੰ ਪੜ੍ਹਦੇ ਗ੍ਰਹਿ, ਉਹਨੂੰ ਗ੍ਰਹਿ ਪੜ੍ਹਦੇ ਹੈ। ਗ੍ਰਹਿ ਦਾ ਘਰ, ਅਤੇ ਗ੍ਰਹਿ ਤਾਂ ਆ ਹੁੰਦਾ ਜਿਹੜੇ ਮੰਗਲ ਗ੍ਰਹਿ, ਬੁੱਧ ਗ੍ਰਹਿ, ਸ਼ਨੀ ਗ੍ਰਹਿ, ਇਹ ਗ੍ਰਹਿ ਹੁੰਦੇ ਨੇ। ਗ੍ਰਹਿ ਹਿੰਦੀ ਦੇ ਸ਼ਬਦ ਹੈ, ਅਰਥ ਹੈ ਘਰ। ਗ੍ਰਹਿ ਤੋਂ ਬਣਿਆ ਗ੍ਰਸਥੀ, ਫਲਾਣਾ ਬੰਦਾ ਗ੍ਰਸਤੀ ਹੈ ਜੀ, ਕਹਿੰਦੇ ਕਿ ਨਹੀਂ, ਗ੍ਰਸਤੀ ਨਹੀਂ ਕਹਿੰਦੇ। ਜੇ ਗ੍ਰਹਿ ਤੋਂ ਬਣਦਾ ਫਿਰ ਆਪਾਂ ਕਹਿੰਦੇ ਗ੍ਰਸਤੀ, ਫਲਾਣਾ ਬੰਦਾ ਗ੍ਰਸਤੀ ਹੈ। ਉਹ ਅਗਲਾ ਕੋਈ ਕੀ ਗੱਲ ਤੈਨੂੰ ਪਤਾ ਨਹੀਂ, ਗ੍ਰਸਤੀ ਨਹੀਂ ਹੁੰਦਾ ਓਏ, ਗ੍ਰਸਤੀ ਹੁੰਦਾ। ਕਹੋਗੇ ਨਾ ਤੁਸੀਂ ਉਹਨੂੰ, ਗ੍ਰਸਤੀ ਨਹੀਂ ਹੁੰਦਾ ਗ੍ਰਸਤੀ ਹੁੰਦਾ, ਉਦੋਂ ਤਾਂ ਤੁਸੀਂ ਠੀਕ ਕਰ ਦੋਗੇ। ਪਰ ਉੱਥੇ ਗ੍ਰਹਿ ਲਿਖਿਆ, ਉਹਨੂੰ ਗ੍ਰਹਿ ਪੜ੍ਹਦੇ। ਆ ਜਿਹੜੇ ਸੁਣ ਰਹੇ ਧਿਆਨ ਨਾਲ, ਉਹ ਧਿਆਨ ਦੇਖ। ਜਦੋਂ ਗੱਗੇ ਦੇ ਪੈਰ 'ਚ ਰਾਰਾ ਸਿਹਾਰੀ ਆਏਗੀ ਤਾਂ ਉਹ ਜਿਹੜੀ ਸਿਹਾਰੀ ਹੈ ਪੈਰ 'ਚ ਰਾਰਾ ਹੈ ਉਹਦੇ ਨਾਲ ਬੋਲੇਗੀ, ਉਹਦੇ ਨਾਲ ਬੋਲਦੀ, ਗੱਗੇ ਨਾਲ ਨਹੀਂ ਬੋਲਦੀ, ਰਾਰੇ ਨਾਲ ਬੋਲੇਗੀ। ਗੱਗਾ ਰਾਰੇ ਨੂੰ ਸਿਹਾਰੀ ਹਾ ਬਣ ਗਿਆ ਗ੍ਰੇ, ਅਤੇ ਗ੍ਰੇ ਹੁੰਦਾ ਘਰ। ਇਸ ਲਈ ਇਹ ਹੈ ਜਿਸ ਕੀ ਸ੍ਰਿਸ਼ਟ ਭਾਵ ਸ੍ਰਿਸ਼ਟੀ, ਸੋ ਕਰਨੇਹਾਰ। ਜਿਹਦੀ ਇਹ ਸ੍ਰਿਸ਼ਟੀ ਬਣਾਈ ਹੋਈ ਉਹੀ ਬਣਾਉਣ ਵਾਲਾ, ਕਰਨੇਹਾਰ ਦਾ ਬਣਾਉਣ ਵਾਲਾ। ਜਿਹਦੀ ਇਹ ਸ੍ਰਿਸ਼ਟੀ ਹੈ
ਉਹੀ ਇਸ ਨੂੰ ਬਣਾਉਣ ਵਾਲਾ ਹੈ। ਅਵਰ ਨਾ ਬੂਝ ਕਰਤ ਵਿਚਾਰ, ਉਹ ਕਿਸੇ ਨੂੰ ਪੁੱਛ ਕੇ ਵਿਚਾਰ ਨਹੀਂ ਕਰਦਾ, ਉਹ ਕਿਸੇ ਨੂੰ ਪੁੱਛਦਾ ਨਹੀਂ ਹੈ ਵੀ ਮੈਂ ਆਹ ਕਰਨਾ ਹੈ, ਕਰਾਂ ਕਿ ਨਾ ਕਰਾਂ। ਸਾਡੀ ਜਿਹੜੀ ਹੈ ਸੋਚ ਸਿਆਣਪ ਉਹ ਸੀਮਤ ਹੈ। ਆਪਾਂ ਕਈ ਵਾਰੀ ਦੂਜੇ ਤੋਂ ਸਲਾਹ ਲੈਣ ਚਲੇ ਜਾਂਦੇ ਵੀ ਮੈਂ ਆਹ ਕੰਮ ਕਰਨਾ, ਕਰਾਂ ਕਿ ਨਾ ਕਰਾਂ। ਆਪਾਂ ਸਮਝਦੇ ਉਹ ਮੇਰੇ ਤੋਂ ਵੱਧ ਸਿਆਣਾ ਹੈ ਵੀ ਮੈਨੂੰ ਠੀਕ ਗਾਈਡ ਕਰੇਗਾ। ਜੇ ਮਾਂ ਪਿਓ ਬੱਚੇ ਤੋਂ ਵੱਧ ਸਿਆਣੇ ਹੁੰਦੇ ਨੇ, ਉਹਨੂੰ ਗਾਈਡ ਕਰਦੇ ਨੇ, ਹਾਂ ਬੱਚਾ ਅੱਗੋਂ ਮੰਨੇ ਨਾ ਮੰਨੇ ਉਹ ਗੱਲ ਵੱਖਰੀ ਹੈ, ਉਹਨੂੰ ਗਾਈਡ ਕਰਦੇ। ਕਿਉਂ? ਮਾਂ ਪਿਓ ਦਾ ਤਜਰਬਾ ਬੜਾ ਲੰਮਾ ਹੁੰਦਾ, ਉਹ 50-60 ਸਾਲ ਦੇ ਹੋਏ ਹੁੰਦੇ ਨੇ, ਬੱਚਾ ਜੇ 15-16 ਸਾਲਾਂ ਦਾ ਹੈ। ਬੱਚੇ ਦੀ ਸੋਚ ਆਪਣੀ ਹੈ, ਮਾਂ ਪਿਓ ਦੇ ਤਜਰਬੇ ਹੁੰਦੇ ਨੇ, ਉਹ ਤਜਰਬੇ ਦੇ ਆਧਾਰ 'ਤੇ ਫਿਰ ਬੱਚੇ ਨੂੰ ਗਾਈਡ ਕਰਦੇ ਨੇ। ਇਸ ਲਈ ਉਹ ਕਿਸੇ ਤੋਂ ਪੁੱਛਦਾ ਨਹੀਂ ਹੈ, ਉਹ ਜੋ ਕਰਨਾ ਆਪ ਕਰਦੇ, ਕਿਸੇ ਤੋਂ ਵਿਚਾਰ ਨਹੀਂ ਲੈਂਦਾ। ਜੋ ਉਹਨੇ ਕਰਨਾ ਕਿਸੇ ਤੋਂ ਵਿਚਾਰ ਨਹੀਂ ਲੈਂਦਾ, ਕਿਸੇ ਤੋਂ ਪੁੱਛਦਾ ਨਹੀਂ ਹੈ। ਕਰਤੇ ਕੀ ਮਿੱਤ ਨਾ ਜਾਣੈ ਕੀਆ, ਅਸੀਂ ਤਾਂ ਪਰਮਾਤਮਾ ਦੇ ਬਣਾਏ ਹੋਏ ਹਾਂ, ਅਸੀਂ ਕਰਤੇ ਨੂੰ ਕਿਵੇਂ ਜਾਣ ਸਕਦੇ? ਅਸੀਂ ਕਰਤੇ ਦੀ ਹੱਦ ਬੰਨੇ ਨੂੰ ਨਹੀਂ ਜਾਣ ਸਕਦੇ, ਕਿਉਂਕਿ ਉਹਨੇ ਸਾਨੂੰ ਬਣਾਇਆ, ਉਹ ਤਾਂ ਪਹਿਲਾਂ ਸੀ ਸਾਡੇ ਤੋਂ, ਉਹ ਤਾਂ ਸਾਡੇ ਤੋਂ ਪਹਿਲਾਂ ਸੀ, ਅਸੀਂ ਬਾਅਦ 'ਚ ਆਏ ਹਾਂ। ਉਹਦੇ ਬਣਾਏ ਹੋਏ ਹਾਂ। ਇਸ ਲਈ ਜੋ ਪਰਮਾਤਮਾ ਨੇ ਬਣਾਇਆ ਹੈ ਉਹ ਪਰਮਾਤਮਾ ਦੀ ਮਿੱਤ ਨੂੰ ਨਹੀਂ ਜਾਣਦਾ, ਉਹ ਪਰਮਾਤਮਾ ਦੇ ਹੱਦ ਬੰਨੇ ਨੂੰ ਨਹੀਂ ਜਾਣਦਾ, ਉਹਦੀ ਸਮਰੱਥਾ ਨੂੰ ਨਹੀਂ ਜਾਣਦਾ। ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਇਹਨੂੰ ਵਰਤੀਆ ਨਹੀਂ ਕਹਿਣਾ, ਕਿਉਂਕਿ ਕੀਆ ਹੁਣ ਕਵਿਤਾ ਜੋੜਨੀ, ਜੇ ਉੱਧਰ ਪੜ੍ਹਦਾ ਕੀਆ ਇੱਧਰ ਪੜ੍ਹਦਾ ਵਰਤੀਆ, ਨਹੀਂ ਗੱਲ ਬਣਨੀ। ਇੱਥੇ ਪੜ੍ਹਨਾ ਵਰਤੀਆ। ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਗੁਰੂ ਮਹਾਰਾਜ ਜੋ ਪਰਮਾਤਮਾ ਨੂੰ ਪਾਉਂਦਾ ਉਹੀ ਹੁੰਦਾ, ਸਾਡੇ ਚਾਹੁਣ ਅਨੁਸਾਰ ਨਹੀਂ ਹੋਣਾ। ਅਸੀਂ ਚਾਹੁੰਦੇ ਪੁੱਤਰ ਹੋਵੇ, ਕੋਈ ਵੀ ਲੜਕੀ ਨਹੀਂ ਚਾਹੁੰਦਾ। ਹਾਂ ਇੱਕ ਹੋ ਜੇ ਤਾਂ ਫਿਰ ਕਹਿ ਚਾ ਭਾਵੇਂ ਹੁਣ ਲੜਕੀ ਹੋ ਜਾਏ, ਜੇ ਕਿਤੇ 1 2 3 ਹੁਣ ਕਦੇ ਕਿੱਥੇ। ਇੱਕ ਕੁੜੀ ਦਾ ਨਾਂ ਸੀ ਅੱਕੂ, ਮੈਂ ਗੁੱਡੀ ਤੇਰਾ ਨਾਂ ਅੱਕੂ ਕਿਉਂ ਰੱਖਿਆ? ਕਹਿ ਜੀ ਮੈਂ ਵੀ ਮਾਂ ਨੂੰ ਪੁੱਛਿਆ ਤੂੰ ਮੇਰਾ ਨਾਂ ਅੱਕੂ ਕਿਉਂ ਰੱਖਿਆ? ਕਹਿੰਦੇ ਤੁਸੀਂ ਮੈਂ ਕੁੜੀਆਂ ਜੰਮ ਕੇ ਅੱਕ ਗਈ ਵੀ ਮੁੰਡਾ ਹੋਊਗਾ, ਹੋਇਆ ਹੀ ਨਹੀਂ, ਇਸ ਲਈ ਫਿਰ ਮੈਂ ਅੱਕ ਗਈ, ਤੇਰਾ ਨਾਂ ਰੱਖਤਾ ਅੱਕੂ। ਅੱਕ ਗਏ ਮੁੰਡੇ ਦੀ ਖਾਤਰ ਕੁੜੀਆਂ ਜੰਮੀ ਗਏ, ਉਹ ਜੰਮ ਕੇ ਵੀ ਅੱਕ ਗਏ ਕਿ ਇਹਨਾਂ ਨੂੰ ਪਾਲੇਗਾ ਕੌਣ? ਇਹਨੇ ਪਾਲੇਗਾ। ਬੰਦਾ ਵਿਚਾਰਾ ਅਗਿਆਨੀ ਹੈ। ਧਾਰਮਿਕ ਬੰਦੇ ਵੀ ਪੁੱਤਰ ਚਾਹੁੰਦੇ ਨੇ। ਮੈਂ ਆ ਦੇਖੇ ਮੇਰੇ ਕੋਲ ਆ ਜਾਂਦੇ ਨੇ, ਹੁੰਦੇ ਧਾਰਮਿਕ ਨੇ, ਪੁੱਤਰ ਹੋਵੇ ਜੀ। ਮੈਂ ਪਹਿਲਾਂ ਉਹਨਾਂ ਨੂੰ ਵੇਖਦਾ ਹਾਂ, ਉਹਨਾਂ ਨੂੰ ਗਿਆਨ ਹੀ ਨਹੀਂ ਕਿ ਤੁਹਾਨੂੰ ਜਿਹੜਾ ਸੁੱਖ ਮਿਲਣਾ ਉਹ ਤਾਂ ਤੁਹਾਡੇ ਕਰਮਾਂ ਦਾ। ਪੁੱਤਰ ਨੇ ਤੁਹਾਨੂੰ ਥੋੜ੍ਹਾ ਸੁੱਖ ਦੇਣਾ, ਨਾ ਧੀ ਨੇ ਸੁੱਖ ਦੇਣਾ ਨਾ ਪੁੱਤਰ ਨੇ ਸੁੱਖ ਦੇਣਾ। ਜੇ ਧੀ ਰਾਹੀਂ ਤੁਹਾਨੂੰ ਸੁੱਖ ਮਿਲਣਾ ਤੇ ਧੀ ਨੇ ਸੁੱਖ ਦੇ ਦੇਣਾ, ਜੇ ਪੁੱਤਰ ਰਾਹੀਂ ਮਿਲਣਾ ਤੇ ਪੁੱਤਰ ਨੇ ਦੇ ਦੇਣਾ, ਅਤੇ ਜੇ ਪੁੱਤਰ ਰਾਹੀਂ ਸੁੱਖ ਨਹੀਂ ਮਿਲਣਾ, ਦੁੱਖ ਮਿਲਣਾ ਤਾਂ ਫਿਰ ਪੁੱਤਰ ਜੰਮ ਲਓ, ਫਿਰ ਉਹੀ ਤੁਹਾਨੂੰ ਦੁਖੀ ਕਰੀ ਜਾਵੇ। ਅੱਜ ਕਿੰਨੇ ਮਾਂ ਪਿਓ ਆਪਣੇ ਪੁੱਤਰਾਂ ਤੋਂ ਦੁਖੀ ਨੇ, ਤੁਸੀਂ ਹੈਰਾਨ ਹੋ ਗਏ ਸੁਣ ਕੇ। ਸਾਲ ਕੁ ਦੀ ਗੱਲ ਹੈ ਕਿ ਬੀਬੀ ਆ ਗਈ, ਉਹਦੇ ਮੁੰਡੇ ਨੂੰ 5 ਸਾਲ ਦੀ ਸਜ਼ਾ ਹੋ ਗਈ। 3 ਸਾਲ ਉਹਨੇ ਭੋਗ ਲਏ ਅਤੇ ਮਾਂ ਆਈ ਵੀ ਉਹ ਉਹਨਾਂ ਹੁਣ ਜ਼ਮਾਨਤ ਕਰਾਉਣਾ ਚਾਹੁੰਦਾ। ਬਾਬਾ ਜੀ ਮੈਨੂੰ ਪਾੜ ਦਿਓ ਉਹਦੀ ਜ਼ਮਾਨਤ ਨਾ ਹੋਵੇ। ਮੈਂ ਹੈਰਾਨ ਹੋ ਗਿਆ, ਪਹਿਲੀ ਮਾਂ ਆਈ ਹੈ ਜਿਹੜੀ ਕਹਿੰਦੀ ਮੇਰੇ ਬੱਚੇ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ। ਮੈਂ ਭੈਣ ਜੀ ਕਿਉਂ ਨਹੀਂ ਹੋਣੀ ਚਾਹੀਦੀ? ਕਹਿੰਦੇ ਉਹ ਇੰਨੇ ਨਸ਼ੇ ਕਰਦਾ, ਮੈਨੂੰ ਕੁੱਟਦਾ ਮਾਰਦਾ ਸੀ, ਮੈਂ ਸ਼ੁਕਰ ਕੀਤਾ ਉਹਨੂੰ ਜੇਲ੍ਹ ਹੋਈ ਹੈ। ਜੋ ਫਿਰ ਬਾਹਰ ਆ ਗਿਆ ਉਹਨੇ ਇਹੀ ਕੰਮ ਫਿਰ ਕਰਨੇ, ਇਸ ਲਈ ਉਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ। ਅਤੇ ਮੈਂ ਸੋਚਿਆ ਇਸ ਮਾਂ ਨੇ ਕਿੰਨੇ ਲੱਡੂ ਵੰਡੇ ਹੋਣਗੇ ਆਂਢ ਗੁਆਂਢ 'ਚ, ਮੇਰੇ ਘਰ ਪੁੱਤਰ ਹੋਇਆ ਅਤੇ ਅੱਜ ਕਹਿੰਦੀ ਇਹ ਜੇਲ੍ਹ 'ਚ ਹੀ ਰਹੇ। ਇਹ ਮਨੁੱਖ ਨੂੰ ਭੁਲੇਖਾ ਹੈ ਕਿ ਮੈਨੂੰ ਪਤਾ ਨਹੀਂ ਪੁੱਤਰ ਤੋਂ ਲਾਭ ਹੋਵੇਗਾ।
ਉਹ ਭਲੇ ਮਾਨਸੋ, ਜਿਹੜਾ ਸੁੱਖ ਦੁੱਖ ਹੈ ਉਹ ਤਾਂ ਤੁਹਾਨੂੰ ਆਪਣੇ ਕਰਮਾਂ ਦਾ ਮਿਲਣਾ। ਜੇ ਤੁਹਾਡੇ ਭਾਗਾਂ ਸੁੱਖ ਲਿਖਿਆ, ਬਗਾਨਿਆਂ ਨੇ ਵੀ ਤੁਹਾਨੂੰ ਦੇ ਜਾਣਾ, ਅਤੇ ਜੇ ਭਾਗਾਂ ਦੁੱਖ ਲਿਖਿਆ ਨਾ, ਆਪਣਿਆਂ ਨੇ ਸੂਲੀ 'ਤੇ ਟੰਗੀ ਰੱਖਣਾ। ਮਾਰ ਲਓ ਨਿਗਾਹ ਆਲੇ ਦੁਆਲੇ, ਆਪਣੀ ਸੂਲੀ 'ਤੇ ਟੰਗੀ ਰੱਖਦੇ। ਨਸ਼ਈ ਜੇ ਹੋ ਗਏ ਨੇ, ਪੜ੍ਹਾਈ ਕਰਨੀ ਕੋਈ ਨਹੀਂ, ਕੰਮ ਕੋਈ ਨਹੀਂ ਕਰਨਾ, ਮੰਜੇ 'ਤੇ ਪਏ ਨੇ, ਮਾਂ ਪਿਓ ਕਹਿੰਦੇ ਉਹਨਾਂ ਅੱਗੋਂ ਗਾਲਾਂ ਕੱਢਦੇ ਨੇ, ਕੁੱਟਦੇ ਮਾਰਦੇ ਨੇ। ਅਤੇ ਬਾਪੂ ਨਸ਼ੇ ਨਹੀਂ ਪੈਸੇ ਨਹੀਂ ਦਿੰਦਾ, ਉਹਨੂੰ ਡੰਡਾ ਮਾਰ ਕੇ ਸਿਰ 'ਚ ਉਂਝ ਮਾਰ ਦਿੰਦੇ ਨੇ। ਸੋਚਿਆ ਤੇ ਪੁੱਤਰ ਤਾਂ ਇਸੇ ਲਈ ਜੰਮਿਆ ਨਾ, ਵੀ ਇਸ ਤੋਂ ਮੈਨੂੰ ਲਾਭ ਹੋਊਗਾ, ਹੋਰ ਕੀ ਹੈ, ਹੋਰ ਕੀ ਹੈ। ਪਰ ਅਗਿਆਨੀ ਨੇ, ਬਾਣੀ ਦੇ ਜਾਣਕਾਰ ਵੀ ਮੈਂ ਦੇਖਿਆ ਅਗਿਆਨੀ ਨੇ। ਇਸ ਗੱਲ 'ਤੇ ਵਿਸ਼ਵਾਸ ਹੀ ਨਹੀਂ ਕਿ ਦੁੱਖ ਸੁੱਖ ਦੇ ਭਲਿਆ ਮਨ ਤਾਂ ਤੇਰੇ ਆਪਣੇ ਕਰਮਾਂ ਦਾ ਹੈ। ਜੇ ਤੇਰੇ ਕਰਮਾਂ 'ਚ ਸੁੱਖ ਲਿਖੇ ਨਾ, ਆਪਣਿਆਂ ਨੇ ਵੀ ਸੁੱਖ ਦੇ ਜਾਣਾ ਅਤੇ ਬਗਾਨਿਆਂ ਨੇ ਵੀ ਦੇ ਜਾਣਾ। ਅਤੇ ਜੇ ਤੇਰੇ ਭਾਗਾਂ 'ਚ ਦੁੱਖ ਲਿਖਿਆ ਹੈ ਤਾਂ ਬਗਾਨਿਆਂ ਨੇ ਵੀ ਦੁੱਖ ਦੇਣਾ ਅਤੇ ਤੇਰੇ ਆਪਣਿਆਂ ਨੇ ਵੀ ਤੈਨੂੰ ਦੁੱਖ ਦੇਈ ਜਾਣਾ, ਕਿਉਂ ਤੇਰੇ ਭਾਗੇ ਲਿਖੇ ਹੀ ਦੁੱਖ ਹੈ। ਅਸੀਂ ਬਾਣੀ ਪੜ੍ਹਦੇ ਹਾਂ ਤਾਂ ਹੀ ਕਹਿੰਦੇ ਨੇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਇਹ ਬਾਣੀ 'ਤੇ ਵਿਸ਼ਵਾਸ ਹੋਣਾ, ਇਹ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਵਿਸ਼ਵਾਸ ਹੁੰਦਾ, ਨਹੀਂ ਵਿਸ਼ਵਾਸ ਨਹੀਂ ਬੱਝਦਾ। ਨਿਰੇ ਗਿਆਨ ਨੂੰ ਕੀ ਕਰਨਾ? ਮਤਲਬ ਮੈਨੂੰ ਗਿਆਨ ਹੈ ਕਿ ਜੈਮਨ ਸਿੰਘ ਜੋ ਦੁੱਖ ਸੁੱਖ ਹੋਣਾ ਤੇਰੇ ਆਪਣੇ ਕੀਤੇ ਕਰਮਾਂ ਦਾ ਹੋਣਾ, ਤੇਰੇ ਆਪਣੇ ਕੀਤੇ ਕਰਮਾਂ ਦਾ ਹੋਣਾ। 100 ਵੇ ਜੀਆ ਆਪਣਾ ਕੀ ਆ, ਹੁਣ ਤੂੰ ਕੀਤੇ, ਹੁਣ ਭੋਗ ਇਸ ਨੂੰ। ਤੇਰੀ ਥਾਂ ਤੇਰੇ ਪੁੱਤਰ ਨੇ ਥੋੜ੍ਹੇ ਭੋਗਣਾ, ਤੈਂ ਭੋਗਣਾ। ਸੋ ਇਸ ਲਈ ਇਹ ਨਾ ਸੋਚੋ ਕਿ ਸਾਨੂੰ ਬੱਚਿਆਂ ਤੋਂ ਲਾਭ ਹੋਏਗਾ, ਫਾਇਦਾ ਹੋਏਗਾ, ਨਹੀਂ। ਤੁਹਾਡੇ ਆਪਣੇ ਕਰਮਾਂ ਦੇ ਤੁਹਾਨੂੰ ਦੁੱਖ ਸੁੱਖ ਮਿਲਣੇ ਨੇ। ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਜੋ ਪਰਮਾਤਮਾ ਨੂੰ ਪਾਉਂਦਾ ਉਹੀ ਹੁੰਦਾ। ਅੱਗੇ ਕਹਿੰਦੇ ਬਿਸਮਨ ਬਿਸਮ ਪਏ ਬਿਸਮਾਦ। ਕਈ ਵਾਰੀ ਆਪਾਂ ਬੜੀ ਕੋਈ ਅਸਚਰਜ ਚੀਜ਼ ਵੇਖਦੇ ਹਾਂ, ਜਦੋਂ ਅਸਚਰਜ ਚੀਜ਼ ਵੇਖਦੇ ਹਾਂ ਵਿਸਮਾਦ ਚਲੇ ਜਾਂਦੇ। ਵਿਸਮਾਦ ਉਹ ਅਵਸਥਾ ਹੈ ਜਦੋਂ ਅੰਦਰ ਬਹੁਤ ਹੈਰਾਨੀ ਅਤੇ ਬੜੀ ਖੁਸ਼ੀ ਹੋਵੇ। ਤੁਸੀਂ ਪਹਿਲੀ ਵਾਰੀ ਕੋਈ ਬੜੀ ਉੱਚੀ ਬਿਲਡਿੰਗ ਅਤੇ ਬੜੀ ਸੁੰਦਰ ਬਿਲਡਿੰਗ ਵੇਖੀ ਹੈ, ਜਦ ਤੁਸੀਂ ਇਹਨੂੰ ਵੇਖੋਗੇ ਨਾ ਵਿਸਮਾਦ 'ਚ ਆ ਜਾਓਗੇ ਵੀ ਆਹਾ ਕਿੰਨੀ ਸੋਹਣੀ, ਕਿੰਨੀ ਵੱਡੀ ਹੈ। ਇਸ ਤਰ੍ਹਾਂ ਬਿਸਮਨ ਬਿਸਮ ਪਏ ਬਿਸਮਾਦ। ਅਸਚਰਜ ਕੌਤਕ ਵੇਖ ਵੇਖ ਕੇ ਪਰਮਾਤਮਾ ਦੇ ਮਨੁੱਖ 'ਚ ਵਿਸਮਾਦ ਅਵਸਥਾ ਆ ਜਾਂਦੀ ਹੈ। ਜਿਨ ਬੂਝਿਆ ਤਿਸ ਆਇਆ ਸਵਾਦ। ਉਹ ਤਾਂ ਅਸੀਂ ਦੇਖਿਆ, ਕੌਤਕ ਵੇਖ ਕੇ ਹੀ ਵਿਸਮਾਦ 'ਚ ਆ ਗਿਆ। ਪਰ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣ ਲਿਆ ਨਾ, ਅਤੇ ਪਰਮਾਤਮਾ ਦੇ ਕੌਤਕ ਵੇਖੇ ਨਾ, ਪਰ ਜਿਨ੍ਹਾਂ ਪਰਮਾਤਮਾ ਨੂੰ ਜਾਣ ਲਿਆ ਤਿਸ ਆਇਆ ਸਵਾਦ। ਅਸਲ ਆਨੰਦ ਤਾਂ ਉਹਨੂੰ ਆਉਂਦਾ, ਅਸਲ ਆਨੰਦ ਤਾਂ ਉਹਨੂੰ ਆਉਂਦਾ ਕਿ ਇਹ ਕੌਤਕ ਕਰਨ ਵਾਲਾ ਹੈ। ਉਹ ਤਾਂ ਮੈਂ ਇਹਦੇ ਕੌਤਕ ਦੇਖੇ ਨੇ, ਅਤੇ ਜਿਹੜਾ ਕੌਤਕ ਕਰ ਰਿਹਾ ਉਹਨੂੰ ਮੈਂ ਅੱਜ ਵੇਖਿਆ ਹੈ। ਉਹ ਇੱਕ ਆਪਣਾ ਹੀ ਆਨੰਦ ਹੁੰਦਾ ਹੈ। ਪ੍ਰਭ ਕੈ ਰੰਗ ਰਾਚ, ਪ੍ਰਭ ਕੈ ਰੰਗ ਰਾਚ ਜਨ ਰਹੇ। ਜਿਹੜੇ ਪਰਮਾਤਮਾ ਦੇ ਜਨ ਹੁੰਦੇ ਨੇ, ਸੇਵਕ ਹੁੰਦੇ ਨੇ, ਭਗਤ ਹੁੰਦੇ ਨੇ, ਉਹ ਪਰਮਾਤਮਾ ਦੇ ਪਿਆਰ ਵਿੱਚ ਲੀਨ ਰਹਿੰਦੇ। ਰੰਗ ਪਿਆਰ ਵਿੱਚ, ਰਾਚ ਰਚ ਵਿੱਚ ਜਾਣਾ, ਲੀਨ ਹੋ ਜਾਣਾ। ਜਿਹੜੇ ਪਰਮਾਤਮਾ ਦੇ ਜਨ ਹੁੰਦੇ ਨਾ, ਉਹ ਪਰਮਾਤਮਾ ਦੇ ਪਿਆਰ ਵਿੱਚ ਲੀਨ ਰਹਿੰਦੇ ਨੇ। ਗੁਰ ਕੈ ਬਚਨ ਪਦਾਰਥ ਲਹੇ। ਉਹਨਾਂ ਨੇ ਗੁਰੂ ਦੇ ਬਚਨਾਂ 'ਤੇ ਚੱਲ ਕੇ ਜਿਹੜੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋਈ ਚਾਹੁੰਦਾ ਮੈਨੂੰ ਚਾਰ ਪਦਾਰਥ ਮਿਲਣ, ਫਿਰ ਕਹਿੰਦਾ ਗੁਰੂ ਦੀ ਸਾਧੂ ਦੀ ਸੇਵਾ ਕਰੋ। ਉਹ ਪ੍ਰਸੰਨ ਹੋ ਕੇ ਤੁਹਾਡੀ ਸੇਵਾ 'ਤੇ ਖੁਸ਼ ਹੋ ਕੇ ਤੁਹਾਨੂੰ ਚਾਰੇ ਪਦਾਰਥ। ਇੱਕ ਹੈ ਧਰਮ ਭਾਵ ਸ਼ੁਭ ਕਰਮ, ਸ਼ੁਭ ਕਰਮਾਂ ਦੀ ਦਾਤ ਮਿਲ ਜਾਏਗੀ। ਇੱਕ ਹੈ ਅਰਥ, ਅਰਥ ਹੁੰਦਾ ਧਨ ਦੌਲਤ, ਅਰਥ ਸ਼ਾਸਤਰ, ਅਰਥ ਸ਼ਾਸਤਰੀ ਸ਼ਬਦ ਹੁੰਦਾ ਕਿ ਨਹੀਂ। ਧਨ ਦੌਲਤ ਨੂੰ ਅਰਥ ਕਹਿੰਦੇ ਨੇ। ਧਰਮ ਵੀ ਮਿਲਦਾ ਹੈ, ਰੱਬੀ ਗੁਣ ਵੀ ਮਿਲਦੇ ਨੇ, ਮਾਇਆ ਵੀ। ਧਰਮ ਅਰਥ ਕਾਮ, ਕਾਮ ਦੀ ਕਾਮਨਾ, ਇੱਛਾ,
ਇੱਛਾ ਪੂਰਤੀ ਵੀ ਹੁੰਦੀ ਹੈ, ਮੋਖ ਹੁੰਦੀ ਮੁਕਤੀ, ਅਤੇ ਮੁਕਤੀ ਵੀ ਮਿਲਦੀ ਹੈ। ਇਹ 4 ਪਦਾਰਥ ਮੰਨੇ ਗਏ ਨੇ। ਉਹ ਚੀਜ਼ ਜਿਹੜੀ ਬੜੀ ਕੀਮਤੀ ਹੈ, ਗੁਰਬਾਣੀ 'ਚ ਉਸ ਨੂੰ ਪਦਾਰਥ ਲਿਖਿਆ। ਨਾਮ ਨੂੰ ਵੀ ਗੁਰਬਾਣੀ 'ਚ ਪਦਾਰਥ ਲਿਖਿਆ। ਨਾਮ ਪਦਾਰਥ ਹੈ, ਬਹੁਤ ਕੀਮਤੀ ਹੈ। ਕਹਿੰਦਾ ਉਹਨੂੰ ਇਹ 4 ਪਦਾਰਥ ਮਿਲ ਜਾਂਦੇ ਨੇ। ਕਿਸ ਨੂੰ? ਗੁਰ ਕੈ ਬਚਨ। ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨਦਾ ਉਹਨੂੰ ਪਦਾਰਥ ਲਹੈ, ਉਹਨੂੰ ਇਹ ਸਾਰੇ ਪਦਾਰਥ ਮਿਲ ਜਾਂਦੇ ਹਨ। ਓਏ ਦਾਤੇ ਦੁੱਖ ਕਾਟਨ ਹਾਰ। ਫਿਰ ਜਿਹਨੂੰ 4 ਪਦਾਰਥ ਮਿਲ ਗਏ ਨਾ, ਉਹ ਫਿਰ ਦਾਤੇ ਹੋ ਜਾਂਦੇ ਨੇ। ਉਹ ਦਾਤੇ ਹੋ ਜਾਂਦੇ ਨੇ। ਉਹ ਨਾਮ ਦੇ ਨਾਲ ਦੂਜਿਆਂ ਦੇ ਦੁੱਖ ਕੱਟਣ ਵਾਲੇ ਹੋ ਜਾਂਦੇ ਨੇ। ਦੁਖੀ ਆਉਂਦੇ ਉਹਨਾਂ ਕੋਲੇ ਲੋਕ, ਉਹਨਾਂ ਦੇ ਦੁੱਖ ਕੱਟਦੇ ਨੇ। ਦੁੱਖ ਕਾਟਣ ਹਾਰ ਬਣਦੇ, ਉਹ ਦਾਤੇ ਬਣ ਜਾਂਦੇ ਨੇ। ਲੋਕ ਮੰਗਤੇ ਬਣ ਕੇ ਆਉਂਦੇ ਨੇ, ਉਹ ਦਾਤਾ ਦਿੰਦੇ। ਲੋਕ ਦੁਖੀ ਨੇ, ਉਹਨਾਂ ਦੇ ਦੁੱਖ ਕੱਟ ਦਿੰਦਾ ਹੈ। ਕੱਟਦਾ ਨਾਮ ਬਾਣੀ ਨਾਲ ਹੀ ਹੈ। ਆਮ ਸੰਤ ਮਹਾਤਮਾ ਸਿੱਧਾ ਨਹੀਂ ਕਿਹਾ ਕਰਦੇ, ਜਾ ਤੂੰ ਅਮੀਰ ਹੋ ਜਾਏਗਾ, ਜਾ ਤੇਰੇ ਐਂ ਹੋ ਜਾਏਗਾ। ਨਹੀਂ ਕਹੇ ਭਾਈ ਗੁਰੂ ਮਹਾਰਾਜ ਕਿਰਪਾ ਕਰਨ। ਕਦੇ ਸੰਤ ਮਹਾਤਮਾ ਇਹ ਨਹੀਂ ਕਹੇ ਜਾ ਤੇਰਾ ਹੋ ਜਾ, ਨਹੀਂ ਭਾਈ ਗੁਰੂ ਮਹਾਰਾਜ ਕਿਰਪਾ ਕਰਨ। ਆ ਪਾਠ ਕਰਿਆ ਕਰ, ਗੁਰੂ ਮਹਾਰਾਜ ਕਿਰਪਾ ਕਰ। ਗੁਰੂ ਨਾਨਕ ਦੇ ਘਰ 'ਚ ਕੀ ਨਹੀਂ ਹੈ? ਕਿਸੇ ਗੁਰੂ ਨੇ ਕਿ ਨਹੀਂ ਕਿਹਾ ਵੀ ਹਾਂ ਮੈਂ ਤੈਨੂੰ ਦਿੰਦਾ ਨਾ, ਕਹਿੰਦੇ ਭਾਈ ਗੁਰੂ ਨਾਨਕ ਮਹਾਰਾਜ ਕਿਰਪਾ ਕਰਨਗੇ ਤੇਰੇ 'ਤੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹ ਦਾਤੇ ਹੋਏ ਨੇ, ਉਹ ਦੁੱਖਾਂ ਨੂੰ ਕੱਟਣ ਵਾਲੇ ਹੋਏ ਨੇ। ਜਾ ਕੇ ਸੰਗ ਤਰੈ ਸੰਸਾਰ। ਫਿਰ ਉਹਨਾਂ ਦੀ ਸੰਗਤ ਕਰਕੇ ਲੋਕਾਂ ਦਾ ਵਪਾਰ ਉਤਾਰਾ ਜਾਂਦਾ। ਸੰਸਾਰ ਰਾਰੇ ਨੂੰ ਔਂਕੜ ਨਹੀਂ ਲੱਗਾ। ਜੇ ਰਾਰੇ ਨੂੰ ਔਂਕਣਾ ਫਿਰ ਸੰਸਾਰ ਆਪਾਂ ਕਹਿੰਦੇ ਜੇ ਵਰਲਡ ਜਿਹਨੂੰ ਕਹਿੰਦੇ, ਇੱਥੇ ਸੰਸਾਰ ਤੋਂ ਭਾਵ ਹੈ ਲੋਕ। ਜਿਸ ਦੀ ਸੰਗਤ ਕਰਕੇ ਮਨੁੱਖ ਤਰ ਜਾਂਦਾ ਹੈ। ਜਨ ਕਾ ਸੇਵਕ ਸੋ ਵਡ ਭਾਗੀ। ਜਨ ਦਾ ਜਿਹੜਾ ਸੇਵਕ ਜਿਹੜਾ ਹੈ, ਅੱਗੇ ਜਿਹੜਾ ਇੱਕ ਤਾਂ ਜਨ ਹੈ ਰੱਬ ਦਾ ਭਗਤ ਹੈ, ਇੱਕ ਅੱਗੇ ਸੇਵਕ ਹੋ ਗਿਆ। ਜਿਵੇਂ ਸੰਤ ਨੇ ਇਹ ਜਨ ਨੇ, ਪਰ ਅੱਗੇ ਜਿਹੜੇ ਸੰਤਾਂ ਦੀ ਸੇਵਾ ਕਰਦੇ ਨੇ ਅੱਗੇ ਉਹ ਸੇਵਕ ਨੇ। ਜਿਹੜਾ ਭਗਤਾਂ ਦਾ ਸੇਵਕ ਬਣ ਜਾਂਦਾ ਨਾ, ਸੋ ਵੱਡ ਭਾਗੀ, ਉਹ ਹੀ ਵੱਡੇ ਭਾਗ ਵਾਲਾ ਹੋ ਜਾਂਦਾ। ਉਹ ਹੀ ਵੱਡੇ ਭਾਗ ਵਾਲਾ ਹੋ ਜਾਂਦਾ। ਬਦਕਿਸਮਤ ਸੀ, ਸੇਵਾ ਕਰਦਿਆਂ ਕਰਦਿਆਂ ਕਿਸਮਤ ਵਾਲਾ ਹੋ ਗਿਆ, ਆਪੇ ਹੋ ਗਏ ਵੱਡੇ ਭਾਗ। ਸੰਤ ਰਾਮਪੁਰ ਖੇੜੇ ਵਾਲੇ, ਉਹਨਾਂ ਕੋਲ ਇੱਕ ਬੰਦਾ ਗਿਆ, ਕਹਿੰਦੇ ਤੁਸੀਂ ਸੰਤ ਹੋ, ਕਿੰਨੇ ਲੋਕ ਤੁਹਾਡੇ ਕਿੰਨੀ ਮਾਇਆ ਤੁਹਾਨੂੰ ਦਿੰਦੇ ਨੇ, ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਤੁਸੀਂ ਰਾਜਾ ਮਹਾਰਾਜ ਤਰ੍ਹਾਂ ਰਹਿੰਦੇ ਹੋ, ਮੈਨੂੰ ਵੀ ਸੰਤ ਬਣਾ ਦਿਓ। ਕਹਿੰਦੇ ਬਣਾ ਦਿੰਦੇ ਹਾਂ ਬਈ। ਕਹਿੰਦੇ 1:30 ਵਜੇ ਉੱਠਣੇ, 1:30 ਵਜੇ ਨਹਾ ਧੋ ਕੇ 2 ਵਜੇ ਨੂੰ ਬਹਿ ਜਾਣਾ, 5 ਸੁਖਣੀ ਸਾਹ ਦੇ ਪਾਠ ਕਰਕੇ ਫਿਰ ਕੁਝ ਖਾਣਾ ਪੀਣਾ ਹਰ ਰੋਜ਼ ਕਰਨਾ। ਜਦੋਂ ਤੂੰ ਸੰਤ ਬਣੇ ਤੈਨੂੰ ਆਪੇ ਪਤਾ ਲੱਗ ਜਾਊ, ਉਹਦੇ ਪਾ ਫਿਰ ਬੰਦ ਕਰ ਦੇ ਤੂੰ। ਉਹ ਵੀ ਅੱਗੋਂ ਪੱਕਾ ਸੀ। ਫਿਰ ਉਹ ਰੋਜ਼ ਸਵੇਰੇ 1:30 ਵਜੇ ਉੱਠਦਾ, ਨਹਾ ਧੋ ਕੇ 2 ਵਜੇ ਬਹਿ ਚੰਗੇ 5 ਸੁਖਣੀ ਸਾਹ ਦੇ ਪਾਠ ਕਰਕੇ ਫਿਰ ਉੱਠਦਾ ਹੈ। 5 ਸਾਲਾਂ ਬਾਅਦ ਉਹ ਸੰਤ ਹੋ ਗਿਆ ਅਤੇ ਲੋਕ ਉਹਨੂੰ ਮੱਥੇ ਟੇਕਣ ਲੱਗ ਗਏ, ਨਾਲੇ ਮਾਇਆ ਭੇਟ ਕੇ ਨਾਲ ਮੱਥੇ ਟੇਕਦੇ ਨੇ। ਇਹ ਨਾਮ ਬਾਣੀ ਬਣਾਉਂਦੀ ਹੈ ਬੰਦੇ ਨੂੰ। ਸੋ ਇਸ ਲਈ ਉਹ ਸੰਤ ਸਨ, ਉਹ ਅੱਗੇ ਉਹਨਾਂ ਦਾ ਸੇਵਕ ਹੋ ਗਿਆ। ਜੋ ਸੰਤਾਂ ਨੇ ਕਿ ਉਹਨੇ ਮੰਨ ਲਿਆ, ਫਿਰ ਇੱਕ ਦਿਨ ਆਪ ਸੰਤ ਹੋ ਗਿਆ। ਭਾਈ ਲਹਿਣਾ ਜੀ ਸੇਵਕ ਬਣ ਕੇ ਆਏ ਸਨ ਗੁਰੂ ਮਹਾਰਾਜ ਕੋਲੇ, ਪਰ ਗੁਰੂ ਨਾਨਕ ਦੀ ਸੇਵਾ ਕਰਦੇ ਕਰਦੇ ਆਪ ਗੁਰੂ ਹੋ ਗਏ। ਤੀਸਰੇ ਪਾਤਸ਼ਾਹ ਵੀ ਦੂਸਰੇ ਕੋਲੇ ਸੇਵਕ ਬਣ ਕੇ ਆਏ ਸਨ, ਕੁੜਮ ਬਣ ਕੇ ਨਹੀਂ, ਸੇਵਕ ਬਣ ਕੇ ਆਏ ਸਨ। 12 ਸਾਲ ਸੇਵਾ ਕਰ ਕਰਕੇ ਉਹ ਵੀ ਗੁਰੂ ਬਣ ਗਏ। ਚੌਥੇ ਪਾਤਸ਼ਾਹ ਅਨਾਥ ਸਨ, ਸੇਵਕ ਬਣ ਕੇ ਤੀਸਰੇ ਪਾਤਸ਼ਾਹ ਦੇ ਘਰ ਆਏ, ਨਾਲੇ ਘਰ ਜਵਾਈ ਬਣ ਗਏ, ਨਾਲੇ ਗੁਰੂ ਬਣ ਗਏ। ਕਿਉਂ? ਜੋ ਮਾਲਕ ਹੁੰਦਾ ਹੌਲੀ ਹੌਲੀ ਸੇਵਕ ਵੀ ਫਿਰ ਉਹੀ ਜਿਹੀ ਹੋ ਜਾਂਦਾ ਹੈ। ਇਸ ਲਈ ਕਹਿੰਦੇ ਜਨ ਕਾ ਸੇਵਕ ਸੋ ਵੱਡ ਭਾਗੀ। ਜੋ ਪਰਮਾਤਮਾ ਦੇ ਭਗਤਾਂ ਦਾ ਅੱਗੇ ਸੇਵਕ ਦਾ ਵੀ ਵੱਡੇ ਭਾਗ ਵਾਲਾ ਹੁੰਦਾ। ਜਨ ਕੈ ਸੰਗ ਏਕ ਲਿਵ ਲਾਗੀ। ਜਿਹੜੇ ਪਰਮਾਤਮਾ ਦੇ ਭਗਤ ਨੇ, ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ ਨਾ, ਸਾਡੀ ਲਿਵ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ। ਕਿਉਂ? ਅਸੀਂ ਭਜਨ ਬੰਦਗੀ ਕਰਦੇ ਹਾਂ, ਉਹਨਾਂ ਦੀ ਰਹਿਨਮਾਈ ਚਾ ਕੇ ਉਹ ਸਾਨੂੰ ਗਾਈਡ ਕਰ ਦਿੰਦੇ ਨੇ,
ਇੱਕ ਦਿਨ ਸਾਡੇ ਵੀ ਉਹਨਾਂ ਨਾਲ ਲਿਵ ਲੱਗ ਜਾਂਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਜਿਹੜਾ ਪਰਮਾਤਮਾ ਦਾ ਭਗਤ ਹੁੰਦਾ, ਪਰਮਾਤਮਾ ਦੇ ਗੁਣ ਗਾਉਂਦਾ, ਕੀਰਤਨ ਉਹਨਾਂ ਦੀ ਸਿਫਤ ਸਲਾਹ, ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਪਰਮਾਤਮਾ ਦੇ ਗੁਣ ਗਾਉਂਦਾ, ਅਤੇ ਫਿਰ ਕੀ ਹੁੰਦਾ? ਗੁਰ ਪ੍ਰਸਾਦ। ਫਿਰ ਉਸ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ। ਜਦੋਂ ਪਰਮਾਤਮਾ ਦੇ ਗੁਣ ਗਾਈ ਜਾਓਗੇ, ਪਰਮਾਤਮਾ ਦੀ ਸਿਫਤ ਸਲਾਹ ਕਰੀ ਜਾਓਗੇ, ਵਾਹਿਗੁਰੂ 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 ਕਰੀ ਜਾਓਗੇ, ਬਾਣੀ ਪੜ੍ਹੀ ਜਾਓਗੇ, ਵਾਹਿਗੁਰੂ ਕਰੀ ਜਾਓਗੇ, ਬਾਣੀ ਪੜ੍ਹੀ ਜਾਓਗੇ, ਇੱਕ ਦਿਨ ਗੁਰੂ ਦੀ ਕਿਰਪਾ ਹੋ ਜਾਏਗੀ, ਗੁਰ ਪ੍ਰਸਾਦ। ਫਿਰ ਕਿ ਨਾਨਕ ਫਲ ਪਾਵੇ। ਸਭ ਤੋਂ ਵੱਡਾ ਫਲ ਹੈ ਨਾਮ ਦੀ ਦਾਤ। ਉਹਨੂੰ ਫਿਰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜੋ ਮਨ 'ਚ ਚਾਹੁੰਦਾ ਸੀ ਉਹੀ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਅੱਜ 16 ਅਸ਼ਟਪਦੀਆਂ ਸਮਾਪਤ ਹੋ ਗਏ ਨੇ। ਕੱਲ੍ਹ ਨੂੰ ਆਪਾਂ 17ਵੀਂ ਅਸ਼ਟਪਦੀ ਸ਼ੁਰੂ ਕਰਾਂਗੇ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।